ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵੰ, ਹਿਰਦੈ ਧਿਆਵੰ। ਸ਼੍ਰੀ ਗੁਰ ਰਾਮਦਾਸ ਗੁਣ ਗਾਵੰ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਨਮੋ ਕਰ ਜੋਰੇ, ਨਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦਾਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਪਹੁੰਚੇ ਸ਼੍ਰੀ ਨਾਨਕ ਕੀ ਸ਼ਰਣੀ, ਸੇਵਾ ਬਿਖੇ ਨੀਕ ਕਰ ਕਰਨੀ। ਜੋ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ। ਪਹੁੰਚੇ ਸ਼੍ਰੀ ਨਾਨਕ ਕੀ ਸ਼ਰਣੀ, ਸੇਵਾ ਬਿਖੇ ਨੀਕ ਕਰ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਹਾਨਾਨ ਪਹਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਜੁਗਾ ਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ। ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ
ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਇਤਿਹਾਸ ਸਰਵਣ ਕਰਾਇਆ ਹੈ। ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੰਖਿਪਤ ਜਿਹੜਾ ਹੈ ਜੀਵਨ ਬਿਉਰਾ ਜਿਹੜਾ ਉਚਾਰਨ ਕਰਨਾ ਕੀਤਾ। ਫਿਰ ਬਾਅਦ ਦੇ ਵਿੱਚ ਉਹਨਾਂ ਤੋਂ ਬਾਅਦ ਉਹਨਾਂ ਦੇ ਜੋ ਦੋ ਲੜਕੇ ਹੋਏ ਹਨ, ਉਹਨਾਂ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਤੇ ਦੂਜੇ ਬਾਬਾ ਲਖਮੀ ਦਾਸ ਜੀ ਬਹੁਤ ਵੱਡੇ ਮਹਾਂਪੁਰਖ ਹੋਏ ਹਨ। ਤੇ ਬਾਬਾ ਸ਼੍ਰੀ ਚੰਦ ਜੀ ਨੇ ਬਾਲ ਜੱਤ ਦਾ ਧਾਰਨ ਕਰਨਾ ਕੀਤਾ, ਉਹਨਾਂ ਨੇ ਵਿਵਾਹ ਨਹੀਂ ਕਰਾਇਆ ਹੈ। ਬਾਬਾ ਲਖਮੀ ਦਾਸ ਜੀ ਤੋਂ ਇਹਨਾਂ ਦੀ ਵੰਸ਼, ਇਹਨਾਂ ਦੀ ਪਰੰਪਰਾ ਅੱਗੇ ਵੱਧਦੀ ਹੈ। ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਕਰਨਾ ਕੀਤਾ। ਤੇ ਇਹਨਾਂ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਜੋ ਹੋਏ ਹਨ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੇਠੇ ਵੱਡੇ ਸਪੁੱਤਰ। ਤੇ ਉਹਨਾਂ ਨੂੰ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਤੇ ਫਿਰ ਬਾਬਾ ਜੀ ਨੇ ਬਚਨ ਕਰਨਾ ਕੀਤਾ ਕਿ ਭਾਈ ਆ ਬੱਚਾ ਜਿਹੜਾ ਹੈ ਇਹਨੂੰ ਸਾਨੂੰ ਆਪ ਜੀ ਦੇ ਦੇਣਾ ਕਰੋ। ਤੇ ਫਿਰ ਉਹਨਾਂ ਨੂੰ ਲੈ ਕਰਕੇ ਉਹਨਾਂ ਨੂੰ ਫਿਰ ਉਦਾਸੀਨ ਜੋ ਇਹ ਸੰਪਰਦਾ ਹੈ ਉਹਦਾ ਮੁਖੀ ਜਿਹੜਾ ਹੈ ਉਹ ਬਣਾਉਣਾ ਕੀਤਾ। ਫਿਰ ਉਹਨਾਂ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਤੋਂ ਬਾਅਦ ਫਿਰ ਉਹਨਾਂ ਨੇ ਚਾਰ ਧੂਣੇ ਜਿਹੜੇ ਹਨ, ਬਾਬਾ ਫੇਰੂ ਜੀ, ਅਲਮਸਤ ਜੀ, ਤੇ ਇਸ ਤਰ੍ਹਾਂ ਚਾਰ ਧੂਣੇ। ਉਹਨਾਂ ਤੋਂ ਬਾਅਦ ਫਿਰ ਬੇਅੰਤ ਉਦਾਸੀ ਸਾਧੂ ਸੰਤ। ਇਸ ਤਰ੍ਹਾਂ ਇਹ ਪ੍ਰਣਾਲੀ ਜਿਹੜੀ ਹੈ ਇਹ ਪੁਰਾਤਨ ਸੰਪਰਦਾਇ ਜਿਨ੍ਹਾਂ ਦੇ ਬਾਬਤ ਪਿਆਰਿਓ ਆਪਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਇਹਨਾਂ ਨੇ ਪਿਆਰਿਓ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਪ੍ਰਚਾਰ ਪ੍ਰਸਾਰ ਦੇ ਵਾਸਤੇ ਜੋ ਯੋਗਦਾਨ ਉਹਨਾਂ ਮਹਾਂਪੁਰਖਾਂ ਨੇ ਦਿੱਤਾ, ਉਹਨਾਂ ਦਾ ਵੀ ਪਿਆਰਿਓ ਆਪਾਂ ਨੇ ਸੰਖਿਪਤ ਦੇ ਵਿੱਚ ਵਿਚਾਰ ਕੀਤਾ ਸੀ। ਨਾਲ ਜਿਹੜੇ ਵਿਗੜੇ ਤਿਗੜੇ ਜੋ ਇਹਨਾਂ ਸੰਪਰਦਾਇ ਦੇ ਵਿੱਚ ਆ ਕਰਕੇ ਜੋ ਇਹਨਾਂ ਨੇ ਬਦਫੈਲੀਆਂ ਕਰਨੀਆਂ ਕੀਤੀਆਂ, ਉਹਨਾਂ ਦਾ ਵੀ ਪਿਆਰਿਓ ਵੇਰਵਾ ਜਿਹੜਾ ਆਪਾਂ ਸੰਖਿਪਤ ਤੌਰ ਤੇ ਕੱਲ੍ਹ ਦੇ ਦੀਵਾਨ ਦੇ ਵਿੱਚ ਉਹ ਕਥਾ ਨੂੰ ਸਰਵਣ ਕੀਤਾ ਹੈ। ਕਿਸ ਤਰ੍ਹਾਂ ਫਿਰ ਬਾਅਦ ਦੇ ਵਿੱਚ ਲਾਲਚ ਦੇ ਵਿੱਚ ਵਸ ਹੋ ਕਰਕੇ ਇਹਨਾਂ ਨੇ ਗੁਰੂ ਘਰ ਦੀਆਂ ਜਗੀਰਾਂ ਦੇ ਉੱਤੇ ਕਬਜ਼ਾ ਕਰਨਾ ਕੀਤਾ ਤੇ ਗੁਰੂ ਘਰ ਨੂੰ ਆਪਣਾ ਘਰ ਬਣਾ ਲਿਆ। ਤੇ ਬਹੁਤ ਜ਼ਿਆਦਾ ਕਈ ਜਿਹੜੇ ਹਨ ਜਿਹੜੇ ਇਹ ਉਦਾਸੀ ਸਾਧ ਉਹਨਾਂ ਨੇ ਬਹੁਤ ਜ਼ਿਆਦੀਆਂ ਬਦਫੈਲੀਆਂ ਕੀਤੀਆਂ। ਇਹਦਾ ਪਿਆਰਿਓ ਇਹ ਮਤਲਬ ਹੈ ਕਿਉਂਕਿ ਕੋਈ ਵੀ ਆਪਾਂ ਮਤ ਵੇਖਦੇ ਹਾਂ, ਪੰਥ ਸੰਪਰਦਾ ਵੇਖਦੇ ਹਾਂ, ਤੇ ਹਰ ਕੋਈ ਬੰਦਾ ਪਿਆਰਿਓ ਚੰਗਾ ਨਹੀਂ ਹੁੰਦਾ ਤੇ ਹਰ ਕੋਈ ਬੰਦਾ ਜਿਹੜਾ ਗਲਤ ਵੀ ਨਹੀਂ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਬਚਨ ਕਰਨਾ ਕੀਤਾ ਕਿ ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਤੇ ਕਈ ਵਾਰੀ ਆਪਾਂ ਵੇਖਦੇ ਹਾਂ ਦਰਖਤ ਦੇ ਹੇਠ, ਇੱਕੋ ਦਰਖਤ ਦੇ ਹੇਠ ਸਾਰੇ ਬੈਠੇ ਹੋਏ ਹੁੰਦੇ ਹਨ। ਕਈਆਂ ਦਾ ਸੁਭਾਅ ਬੜਾ ਚੰਗਾ ਹੁੰਦਾ ਤੇ ਕਈਆਂ ਦਾ ਬੜਾ ਮਾੜਾ ਹੁੰਦਾ। ਕਿਸੇ ਇੱਕ ਦਾ ਸੁਭਾਅ ਖਰਾਬ ਹੋਣ ਕਰਕੇ ਆਪਾਂ ਸਾਰਿਆਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਹਾਂ। ਪਰਿਵਾਰਾਂ ਦੇ ਵਿੱਚ ਵੀ ਪਿਆਰਿਓ, ਘਰਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਕੋਈ ਬੰਦਾ ਕਿੰਨਾ ਨਾਮ ਕਮਾਉਂਦਾ, ਆਪਣੇ ਬਾਪ ਦਾਦੇ ਦਾ ਨਾਮ ਰੌਸ਼ਨ ਕਰਦਾ, ਕੋਈ ਦੂਜਾ ਲੜਕਾ ਜਿਹੜਾ ਹੈ ਸਾਰਾ ਨਾਮ ਮਿੱਟੀ ਪਲੀਤ ਕਰ ਦਿੰਦਾ ਹੈ। ਇਹ ਆਪਣੀ ਆਪਣੀ ਬਿਰਤੀ ਹੁੰਦੀ ਹੈ। ਇੱਕ ਖਰਾਬ ਹੋਣ ਦੇ ਨਾਲ ਸਾਰਿਆਂ ਨੂੰ ਆਪਾਂ ਖਰਾਬ ਨਹੀਂ ਕਹਿ ਸਕਦੇ ਆ, ਜਾਂ ਕਈ ਖਰਾਬਾਂ ਦੇ ਵਿੱਚੋਂ ਇੱਕ ਚੰਗਾ ਹੋ ਜਾਵੇ ਤੇ ਸਾਰੇ ਚੰਗੇ ਵੀ ਨਹੀਂ ਬਣ ਜਾਂਦੇ ਹਨ। ਇਹਦਾ ਭਾਵ ਇਹ ਲੈਣਾ ਕਿ ਇਸ ਸੰਪਰਦਾਇ ਦੇ ਵਿੱਚੋਂ ਕਈ ਬਹੁਤ ਵੱਡੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਸਿੱਖ ਪੰਥ ਦੀ, ਗੁਰੂ ਘਰ ਦੀ ਬਹੁਤ ਜ਼ਿਆਦਾ ਸੇਵਾ ਕਰਨੀ ਕੀਤੀ, ਸਮਰਪਿਤ ਭਾਵ ਦੇ ਵਿੱਚ ਰਹਿ ਕਰਕੇ ਆਪਣਾ ਜੀਵਨ ਬਤੀਤ ਕਰਨਾ ਕੀਤਾ। ਤੇ ਕਈ ਇਹੋ ਜਿਹੇ ਵਿਗੜੇ ਤਿਗੜੇ ਸਾਧ ਮਹੰਤ ਪੁਜਾਰੀ ਜਿਹੜੇ ਹਨ ਜਿਨ੍ਹਾਂ ਨੇ ਪੂਜਾ ਦਾ ਧਾਨ ਖਾ ਖਾ ਕਰਕੇ ਗੁਰੂ ਘਰ ਨੂੰ ਭ੍ਰਿਸ਼ਟ ਕਰਨਾ ਕੀਤਾ ਸੀ।
ਸੋ ਉਹ ਵੀ ਪਿਆਰਿਓ ਜੋ ਗੰਦਾ ਹੈ। ਜੋ ਧਰਮ ਕਮਾਵੈ ਤਿਸ ਧਰਮ ਨਾਮ ਹੋਵੈ, ਪਾਪ ਕਮਾਵੈ ਸੋ ਪਾਪੀ ਜਾਣੀਐ। ਚੰਗਾ ਕੰਮ ਕਰਦਾ ਸਾਰੇ ਦਾ ਹੋਈ ਸੀ। ਇਹਦੇ ਵਿੱਚ ਗੁਰੂ ਪ੍ਰਣਾਲੀ ਜਿਹੜੀ ਹੈ ਕਿਸ ਤਰ੍ਹਾਂ ਚੱਲਦੀ ਹੈ, ਗੁਰੂ ਪ੍ਰਣਾਲੀ ਬਹੁਤ ਸੰਖਿਪਤ ਦੇ ਵਿੱਚ ਗੁਰੂ ਪ੍ਰਣਾਲੀ ਦਾ। ਤੇ ਇੱਥੇ ਭਾਈ ਰਾਮ ਕੁਵੜ ਜੀ ਨੇ, ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਜ਼ਿਕਰ ਕਰਨਾ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਦੋਂ ਪ੍ਰਕਾਸ਼ ਹੋਇਆ, ਕਿੰਨਾ ਚਿਰ ਉਹਨਾਂ ਨੇ ਗੁਰਤਾ ਗੱਦੀ ਨੂੰ ਭੋਗਣਾ ਕੀਤਾ, ਫਿਰ ਕਦੋਂ ਉਹ ਜੋਤੀ ਜੋਤ ਸਮਾਏ। ਆਓ ਪਿਆਰਿਓ, ਇਹ ਗੁਰ ਪ੍ਰਣਾਲੀ ਸਤਿਗੁਰੂ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਕਿਸ ਤਰ੍ਹਾਂ ਕਵੀ ਰਾਜ ਜੀ ਉਚਾਰਨ ਕਰਦੇ ਹਨ, ਉਹ ਪ੍ਰਸੰਗ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਆਪਣੀ ਹਾਜ਼ਰੀ ਨੂੰ ਲਾਉਂਦਿਆਂ ਹੋਇਆਂ, ਦਰਜ ਕਰਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪਹੁੰਚੇ ਸ਼੍ਰੀ ਨਾਨਕ ਕੀ ਸ਼ਰਣੀ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਕਥਨ ਭਾਈ ਰਾਮ ਕੁਵੜ ਜੀ ਕਰ ਰਹੇ ਹਨ। ਤੇ ਉਹਨਾਂ ਦਾ ਜਨਮ ਜਿਹੜਾ ਹੈ ਪਿਆਰਿਓ, ਕਿਉਂਕਿ ਇਹ ਮੱਤੇ ਦੀ ਸਰਾਂ, ਨਾਗੇ ਦੀ ਸਰਾਂ ਜਿਹਨੂੰ ਬੋਲਦੇ, ਇਹ ਇਹਨਾਂ ਦਾ ਜੱਦੀ ਪੁਸ਼ਤੀ ਨਗਰ ਸੀ। ਫਿਰ ਇਹਨਾਂ ਦੇ ਜਿਹੜੇ ਪਰਿਵਾਰ ਵਾਲੇ ਆ ਗਏ ਸਨ ਹਰੀਕੇ ਦੇ। ਇੱਥੇ ਪਿਆਰਿਓ ਉਹਨਾਂ ਦਾ ਮਾਤਾ ਜੀ ਦੇ ਗਰਭ ਦੇ ਵਿੱਚ ਪ੍ਰਕਾਸ਼ ਹੋਇਆ ਤੇ ਉਹਨਾਂ ਦਾ ਜਨਮ ਜਿਹੜਾ ਹੈ ਮੱਤੇ ਦੀ ਸਰਾਂ ਦੇ ਵਿੱਚ ਹੋਇਆ ਹੈ। ਬਹੁਤ ਵੱਡਾ ਪਿਆਰਿਓ, ਅੱਗੇ ਉਹ ਇਤਿਹਾਸ ਵੀ ਆ ਜਾਵੇਗਾ। ਤੇ ਫਿਰ ਉੱਥੇ ਕੀ ਹੋ ਗਿਆ, ਬਲੌਚਾਂ ਦੀ ਜਿਹੜੇ ਉਹਨਾਂ ਨੇ ਧਾੜਵੀਆਂ ਨੇ ਧਾੜ ਪਾਉਣੀ ਕੀਤੀ, ਤਾਂ ਕਰਕੇ ਉਹ ਸਾਰਾ ਨਗਰ ਉਜੜ ਗਿਆ। ਤੇ ਫਿਰ ਸਤਿਕਾਰਯੋਗ ਪਿਤਾ ਬਾਬਾ ਫੇਰੂ ਮਲ ਜੀ, ਉਹ ਫਿਰ ਆਪਣੇ ਪਰਿਵਾਰ ਨੂੰ ਲੈ ਕਰਕੇ ਖਡੂਰ ਸਾਹਿਬ ਆ ਗਏ, ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਸਹੁਰਾ ਪਰਿਵਾਰ ਵਾਲੇ ਖਡੂਰ ਸਾਹਿਬ ਰਹਿੰਦੇ ਸਨ। ਫਿਰ ਖਡੂਰ ਸਾਹਿਬ ਆ ਕਰਕੇ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈ ਬਤੀਤ ਕਰਨਾ ਕੀਤਾ। ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਪਿਛੋਕੜ ਨਾਮ ਪਿਆਰਿਓ ਬਾਬਾ ਲਹਿਣਾ ਜੀ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ। ਸੇਵਾ ਵਿਖੇ ਨੀਕ ਕਰ ਕਰਨੀ। ਤੇ ਸੇਵਾ ਦੇ ਵਿੱਚ ਪਿਆਰਿਓ ਬਹੁਤ ਨੀਕ ਦਾ ਭਾਵ ਕਿ ਬਹੁਤ ਵਧੀਆ ਉਹਨਾਂ ਨੇ ਕਰਨੀ ਕੀਤੀ ਹੈ, ਕਰਮ ਕਰਨੇ ਕੀਤੇ। ਜੋ ਤਉ ਪ੍ਰੇਮ ਖੇਲਣ ਕਾ ਚਾਉ। ਜੋ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਨਾ ਕਿ ਭਾਈ ਜੇ ਗੁਰੂ ਦੇ ਕੋਲ ਜਾਣਾ ਈ ਤੇ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਭਾਈ ਇਹੋ ਜਿਹਾ ਮਾਰਗ ਹੈ, ਇਹ ਪ੍ਰੇਮ ਦੇ ਮਾਰਗ ਦੇ ਉੱਤੇ ਗੁਰੂ ਘਰ ਦੇ ਵਿੱਚ ਜੇ ਤੂੰ ਬਖਸ਼ੀਸ਼ ਲੈਣਾ ਚਾਹੁੰਦਾ ਤੇ ਤੂੰ ਆਪਣਾ ਸਿਰ ਜਿਹੜਾ ਭੇਟ ਕਰਨਾ ਕਰ। ਸਿਰ ਧਰ ਤਲੀ ਗਲੀ ਮੇਰੀ ਆਓ, ਆਪਣਾ ਸਿਰ ਕੱਟ ਕੇ ਭਾਵ ਕੇ ਆਪਣੇ ਅਹੰਕਾਰ ਨੂੰ ਕੱਟ ਕਰਕੇ ਆਪਣੇ ਅਹੰਕਾਰ ਨੂੰ ਸਮਰਪਿਤ ਕਰਨਾ ਕਰ। ਇਹ ਇਹੋ ਜਿਹਾ ਮਾਰਗ ਹੈ, ਇੱਥੇ ਸਿਰ ਦਿੱਤਿਆਂ ਹੀ ਪਿਆਰਿਓ ਗੱਲ ਬਣਦੀ ਹੈ। ਇਹ ਭਾਵਨਾ ਲੈ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਘਰ ਦੇ ਵਿੱਚ ਆਏ। ਸਿਰ ਧਰ ਤਲੀ ਗਲੀ ਮੇਰੀ ਆਓ। ਸਿਰ ਉਹਨਾਂ ਨੇ ਅਹੰਕਾਰ ਨੂੰ ਤਲੀ ਦੇ ਉੱਤੇ ਧਰ ਕਰਕੇ ਆਉਣਾ ਕੀਤਾ ਤੇ ਆਪਣਾ ਪਿਆਰਿਓ ਸਭ ਕੁਝ ਸਮਰਪਿਤ ਕਰ ਦਿੱਤਾ। ਉਹ ਸਾਖੀ ਆਪ ਜੀ ਨੂੰ ਯਾਦ ਹੋਵੇਗੀ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਬਾਬਾ ਲਹਿਣਾ ਜੀ ਆਏ ਸਨ, ਆ ਕਰਕੇ ਵਾਪਸ ਚੱਲ ਗਏ। ਫਿਰ ਮਹਾਰਾਜ ਜੀ ਨੇ ਜਦੋਂ ਵਾਪਸ ਭੇਜਿਆ, ਫਿਰ ਦੁਬਾਰਾ ਲੂਣ ਦਾ ਪੰਡ ਜਿਹੜਾ ਜਦੋਂ ਲੈ ਕੇ ਆਏ ਸਨ ਤੇ ਲਿਆ ਕਰਕੇ ਗੁਰੂ ਘਰ ਦੇ ਵਿੱਚ ਰੱਖਣਾ ਕੀਤਾ। ਤੇ ਸਤਿਗੁਰੂ ਮਹਾਰਾਜ ਫਿਰ ਆਪ ਚੱਲ ਗਏ ਖੇਤਾਂ ਦੇ ਵਿੱਚ, ਜਿੱਥੇ ਸਤਿਗੁਰੂ ਮਹਾਰਾਜ ਖੇਤੀ ਦਾ ਕੰਮ ਕਰਵਾ ਰਹੇ ਸਨ ਤੇ ਆਪ ਉੱਥੇ ਸੇਵਾ ਦੇ ਵਿੱਚ ਲੱਗ ਗਏ। ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਆ ਕਦੀਨ ਜਿਹੜਾ ਹੈ,
ਆ ਘਾਹ ਜਿਹੜਾ ਘੇਰਿਆ ਹੋਇਆ ਉਹਦੀ ਪੰਡ ਬੰਨ ਕਰਕੇ ਆਪਣੇ ਸਿਰ ਦੇ ਉੱਤੇ ਧਰੋ ਤੇ ਇਹਨੂੰ ਗੁਰੂ ਘਰ ਦੇ ਵਿੱਚ ਪਹੁੰਚਾਉਣਾ ਕਰੋ। ਤੇ ਬਾਬਾ ਲੈਣਾ ਜੀ ਪਿਆਰਿਓ ਜਦੋਂ ਉਹ ਚੁੱਕ ਕਰਕੇ ਵਾਪਸ ਲੈ ਕੇ ਆਏ ਗੁਰੂ ਘਰ ਦੇ ਵਿੱਚ, ਤੇ ਉਹ ਕੱਚਾ ਘਾਹ ਜਿਹੜਾ ਉਹਦੇ ਵਿੱਚੋਂ ਪਾਣੀ ਚੂ ਰਿਹਾ ਸੀ, ਚਿੱਕੜ ਚੂ ਰਿਹਾ ਸੀ, ਉਹ ਚੂਨ ਕਰਕੇ ਪਿਆਰਿਓ ਸਾਰੇ ਕੱਪੜੇ ਜਿਹੜੇ ਹਨ ਕਿਚੜ ਦੇ ਨਾਲ ਲਿਬੜ ਗਏ, ਭਿੱਜ ਗਏ। ਜਦੋਂ ਮਾਤ ਜੀ ਨੇ ਬਚਨ ਕਰਨਾ ਕੀਤਾ, ਵੇਖ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿਹਾ ਕਿ ਐ ਦਾਤਾਰ ਜੀਓ, ਇਹ ਆਪ ਜੀ ਨੇ ਕੀ ਖੇਡ ਵਰਤਾਈ ਹੈ। ਇਹ ਜਿਹੜਾ ਪੁਰਸ਼ ਜਿਹੜਾ ਅੱਜ ਆਇਆ ਨਾ, ਬਹੁਤ ਉੱਚੇ ਘਰਾਣੇ ਦਾ ਲੱਗਦਾ, ਤੇ ਨਾਲ ਕਿੰਨੇ ਬੇਸ਼ਕੀਮਤੀ ਇਹਨਾਂ ਨੇ ਵਸਤਰ ਪਾਉਣੇ ਕੀਤੇ, ਤੇ ਆਪ ਜੀ ਨੇ ਇਹਨਾਂ ਨੂੰ ਕਦੀਨ ਚਕਵਾ ਦਿੱਤਾ, ਘਾਹ ਪੱਠਾ ਚਕਵਾ ਦਿੱਤਾ, ਜਿਸ ਕਰਕੇ ਇਹਨਾਂ ਦੇ ਸਾਰੇ ਕੱਪੜੇ ਲਿਬੜ ਗਏ, ਖਰਾਬ ਹੋ ਗਏ। ਤਾਂ ਸਤਿਗੁਰੂ ਮਹਾਰਾਜ ਜੀ ਨੇ ਫਿਰ ਬਚਨ ਕਰਨਾ ਕੀਤਾ, ਕਿਹਾ ਕਿ ਸੁਲੱਖਣੀਏ, ਤੇ ਤੈਨੂੰ ਭੁਲੇਖਾ ਪੈ ਰਿਹਾ ਹੈ, ਤੈਨੂੰ ਇਹ ਕਿਚੜ ਜਾਪਦਾ, ਲੇਕਿਨ ਇਹ ਕਿਚੜ ਨਹੀਂ ਹੈ। ਗੌ ਦੇ ਨਾਲ ਤੱਕਣਾ ਕਰੋ, ਇਹ ਚੰਦਨ ਕੇਸਰ ਦਾ ਤਿਲਕ ਹੈ, ਇਹ ਚੰਦਨ ਦਾ ਜਿਹੜਾ ਹੈ ਛਿੜਕਾ ਇਹਨਾਂ ਦੇ ਉੱਤੇ ਹੋ ਗਿਆ। ਅੱਜ ਇਹ ਜੋ ਆਏ ਹਨ, ਸਿਰ ਦੇ ਉੱਤੇ ਜੋ ਪੰਡ ਇਹਨਾਂ ਨੇ ਧਾਰਨ ਕਰਨੀ ਕੀਤੀ, ਤੁਹਾਡੀ ਦ੍ਰਿਸ਼ਟੀ ਦੇ ਵਿੱਚ ਤਾਂ ਇਹ ਪੰਡ ਹੈ, ਲੇਕਿਨ ਸਾਡੀ ਦ੍ਰਿਸ਼ਟੀ ਦੇ ਨਾਲ ਵੇਖਣਾ ਕਰੋ, ਅਸਾਂ ਨੇ ਚਵਰ ਛਤਰ ਤਖਤ ਦਾ ਇਹਨਾਂ ਨੂੰ ਮਾਲਕ ਬਣਾ ਦਿੱਤਾ। ਇਹ ਛਤਰ ਇਹਨਾਂ ਦੇ ਸਿਰ ਦੇ ਉੱਤੇ ਝੂਲ ਰਿਹਾ ਹੈ। ਇਮ ਕਹਿਬੋ ਜਿਨ ਸਫਲ ਕਿਓ ਹੈ। ਇਸ ਤਰ੍ਹਾਂ ਪਿਆਰਿਓ ਨਿਰਮਾਣਤਾ ਦੇ ਵਿੱਚ ਰਹਿ ਕਰਕੇ ਆਪਣਾ ਜੀਵਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਸਫਲ ਕਰਨਾ ਕੀਤਾ। ਅਤ ਰਿਝਾਈ ਸ੍ਰੀ ਗੁਰੂ ਲਿਓ ਹੈ। ਸਤਿਗੁਰੂ ਮਹਾਰਾਜ ਜੀ ਦੀ ਪਿਆਰਿਓ ਬੇਅੰਤ ਸੇਵਾਵਾਂ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਰਿਝਾਉਣਾ ਕੀਤਾ। ਜਿਨਹੁ ਨ ਅਜ਼ਮਤ ਕਹੂੰ ਜਨਾਈ। ਜਿਨ੍ਹਾਂ ਨੇ ਪਿਆਰਿਓ ਕਦੇ ਵੀ ਇੰਨਾ ਸਭ ਕੁਛ ਰਹਿਣ ਦੇ ਬਾਵਜੂਦ ਵੀ ਅਜਰ ਜਰਨ ਕੀ ਔਦ ਜਨਾਈ, ਅਜਰ ਸ਼ਕਤੀ ਨੂੰ ਜਰ ਕੇ ਰੱਖਣਾ ਕੀਤਾ, ਕੋਈ ਕਰਾਮਾਤ ਆਦਿਕ ਨਹੀਂ ਦਿਖਾਈ ਹੈ। ਅਜਰ ਜਰਨ ਤ੍ਰਿਤ ਛਿਤ ਸਮਤਾਈ। ਜਿਸ ਤਰ੍ਹਾਂ ਕਿ ਧਰਤੀ ਪਿਆਰਿਓ ਅਜਰ ਨੂੰ ਜਰ ਕੇ ਰੱਖਦੀ, ਇਸ ਤਰ੍ਹਾਂ ਧਰਤੀ ਨੂੰ ਵੀ ਮਹਾਰਾਜ ਜੀ ਨੇ ਕਿਹਾ ਕਿ ਧਰਤੀ ਹੈ ਇੰਜ ਨਹੀਂ, ਇੰਜ ਧੀਰਜ ਧਾਰੀ ਦਾ ਹੈ। ਜਿਨ ਕੇ ਗੁਣ ਕੋ ਬਰਨੈ ਕੌਣ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਬੇਅੰਤ ਗੁਣ ਹਨ ਭਾਈ, ਉਹਨਾਂ ਦਾ ਕੌਣ ਵਖਿਆਨ ਕਰ ਸਕਦਾ, ਕੌਣ ਉਹਨਾਂ ਦੇ ਗੁਣਾਂ ਨੂੰ ਗਾ ਸਕਦਾ। ਬਾਣੀ ਸ਼ੇਸ਼ ਦੇਖ ਰਹੇ ਮੌਨ। ਜਿਨ੍ਹਾਂ ਦੀ ਬਾਣੀ ਵੇਖ ਕਰਕੇ, ਉਹਨਾਂ ਦੇ ਗੁਣਾਂ ਨੂੰ ਵੇਖ ਕਰਕੇ ਸ਼ੇਸ਼ ਨਾਗ ਵੀ ਜਿਹੜਾ ਉਹ ਵੀ ਮੌਨ ਧਾਰਨ ਕਰ ਲੈਂਦਾ। ਖੀਵੀ ਸਤੀ ਭਰ ਜਾ ਹੋਈ। ਜਿਨ੍ਹਾਂ ਦੇ ਘਰ ਵਾਲੀ ਜਿਹੜੀ ਹੈ, ਭਾਵ ਕਿ ਜਿਨ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਲਾਵਾਂ ਲੈਣਾ ਕੀਤਾ, ਉਹਨਾਂ ਦਾ ਨਾਮ ਸੀ ਮਾਤਾ ਖੀਵੀ ਜੀ। ਤੇ ਪਿਆਰਿਓ ਗੁਰਬਾਣੀ ਦੇ ਵਿੱਚ ਜੇ ਆਪਾਂ ਗੁਰੂ ਸੁਪਤਨੀਆਂ ਦੀ ਗੱਲ ਕਰਦੇ ਹਾਂ, ਗੁਰੂ ਮਹਿਲਾਂ ਦੀ ਗੱਲ ਕਰਦੇ ਹਾਂ, ਤੇ ਇਹ ਵਡਭਾਗੀ ਮਾਤਾ ਹੈ ਜਿਨ੍ਹਾਂ ਦਾ ਨਾਮ ਗੁਰਬਾਣੀ ਦੇ ਵਿੱਚ ਦਰਜ ਹੈ। ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ। ਭੱਟਾਂ ਨੇ ਭਾਵ ਕਿ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਬਚਨ ਕਰਨਾ ਕੀਤਾ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਤੇ ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ। ਗੁਰੂ ਘਰ ਦੇ ਵਿੱਚ ਪਿਆਰਿਓ ਮੈਂ ਕਰਕੇ ਖਡੂਰ ਸਾਹਿਬ ਦੇ ਵਿੱਚ ਬੇਅੰਤ ਇਹਨਾਂ ਨੇ ਸੇਵਾਵਾਂ ਕਰਨੀਆਂ ਕੀਤੀਆਂ, ਸਦਾ ਲੰਗਰ ਦੇ ਵਿੱਚ ਸੇਵਾ ਕਰਦੇ ਸਨ। ਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਲੰਗਰ ਦੇ ਵਿੱਚ ਨਿਤ ਪਿਆਰਿਓ ਰਸ ਅੰਮ੍ਰਿਤ ਖੀਰ ਘਿਆਲੀ, ਤੇ ਰਸ ਦੇ ਨਾਲ ਭਰਪੂਰ ਜਿਹੜੀ ਹੈ ਖੀਰ, ਘਿਓ ਵਾਲੀ ਖੀਰ ਰੋਜ਼ ਮਾਤਾ ਜੀ ਸਜਾਇਆ ਕਰਦੇ ਸਨ। ਉਹ ਮਰਿਆਦਾ ਪਿਆਰਿਓ ਅੱਜ ਵੀ ਉੱਥੇ ਕਾਇਮ ਹੈ। ਅੱਜ ਆਪ ਜੀ ਜਦੋਂ ਵੀ ਲੰਗਰ ਛਕੋਗੇ, ਆਪ ਜੀ ਨੂੰ ਸਦਾ ਖੀਰ ਦੀ ਪ੍ਰਾਪਤੀ ਹੋਵੇਗੀ। ਉਹ ਮਰਿਆਦਾ ਜਿਹੜੀ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਬਚਨ ਆਇਆ ਨਾ ਕਿ ਮਾਤਾ ਜੀ ਰੋਜ਼ ਖੀਰ ਸਜਾ ਕਰਕੇ ਸੰਗਤਾਂ ਨੂੰ ਛਕਾਇਆ ਕਰਦੇ ਸਨ। ਅੱਜ ਵੀ ਪਿਆਰਿਓ ਉਹਨਾਂ ਦੇ ਲੰਗਰ ਦੇ ਵਿੱਚੋਂ ਖੀਰ ਦੀ ਪ੍ਰਾਪਤੀ ਹੁੰਦੀ ਹੈ। ਭਏ ਆਤਮਜ ਤਿਸ ਤੇ ਦੋਈ। ਉਹਨਾਂ ਤੋਂ ਜਿਹੜੇ ਦੋ ਆਤਮਜ ਭਾਵ ਕੇ ਦੋ ਉਹਨਾਂ ਤੋਂ ਲੜਕੇ ਹੋਏ ਹਨ। ਨਾਮ ਦਾਸ ਅਰ ਦਾਤਾ ਦੂਆ। ਤੇ ਇੱਥੇ ਦਾਸ ਔਂਕੜ ਆਇਆ ਤੇ ਦਾਤਾ ਆਇਆ। ਅਸਲ ਦੇ ਵਿੱਚ ਇਹਨਾਂ ਦਾ ਨਾਮ ਸੀ ਬਾਬਾ ਦਾਤੂ ਤੇ ਦੂਜੇ ਬਾਬਾ ਦਾਸੂ ਜੀ ਹਨ।
ਜਿਨ ਕੇ ਹਿਰਦੈ ਗਿਆਨ ਦ੍ਰਿੜ ਹੂਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗਿਆਨ ਜਿਹੜਾ ਦ੍ਰਿੜ ਸੀ। ਦੁਆਦਸ਼ ਬਰਖ ਟਿਕੇ ਗੁਰਗਾਦੀ ਦਸ ਤੇ 2 ਕਿੰਨੇ ਹੁੰਦੇ 12 ਸਾਲ ਗੁਰਤਾ ਗੱਦੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਭੋਗਣਾ ਕੀਤਾ। ਫਸਟ ਮਾਸ 9 ਦਿਨ ਅਹਲਾਦੀ ਪੂਰਾ ਵੇਰਵਾ ਇੱਥੇ ਭਾਈ ਸਾਹਿਬ ਜੀ ਦੱਸਦੇ ਹਨ ਕਿ 12 ਸਾਲ 6 ਮਹੀਨੇ 9 ਦਿਨ ਇਹਨਾਂ ਨੇ ਗੁਰਤਾ ਗੱਦੀ ਭੋਗਣੀ ਕੀਤੀ। 16 7 9 ਸੰਮਤ ਔਰ ਤੇ ਸੰਮਤ ਜਿਹੜਾ ਪਿਆਰਿਓ ਦੱਸਦੇ ਹਨ 1609 ਦੇ ਵਿੱਚ ਚੌਥ ਚੇਤ ਸੁਧ ਨਰ ਸਿਰ ਮੌਰ ਤੇ ਚੌਥ ਦੀ ਚੇਤ ਦੀ ਚੌਥੀ ਜਿਹੜੀ ਤਰੀਕ ਜਿਹੜੀ ਵੱਜਦੀ ਹੈ ਤਨ ਕੋ ਤਜ ਬੈਕੁੰਠ ਸਿਧਾਰੇ ਆਪਣੇ ਤਨ ਦਾ ਤਿਆਗ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਬੈਕੁੰਠ ਪਿਆਨਾ ਕਰਨਾ ਕੀਤਾ। ਸ੍ਰੀ ਗੁਰੂ ਅਮਰ ਤਖਤ ਬੈਠਾਰੇ ਆਪਣੇ ਤਖਤ ਦੇ ਉੱਤੇ ਗੁਰਤਾ ਗੱਦੀ ਦੇ ਉੱਤੇ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਬਿਠਾਉਣਾ ਕੀਤਾ, ਸੁਸ਼ੋਭਿਤ ਕੀਤਾ ਹੈ। ਦੋਹਰਾ ਗ੍ਰਾਮ ਖਡੂਰ ਕੁਵਿੰਦ ਘਰ ਤਹ ਸਿਸਕਾਰੀ ਦੇਹ ਤੇ ਗ੍ਰਾਮ ਖਡੂਰ ਦਾ ਪਿਆਰਿਓ ਜੋ ਨਗਰ ਹੈ ਖਡੂਰ ਸਾਹਿਬ, ਇਹ ਖਡੂਰ ਸਾਹਿਬ ਦੇ ਵਿੱਚ ਨਾਲ ਇੱਥੇ ਗ੍ਰਾਮ ਖਡੂਰ ਕੁਵਿੰਦ ਘਰ ਤਹ ਸਿਸਕਾਰੀ ਦੇਹ ਇੱਥੇ ਬਚਨ ਕਰਨਾ ਕੀਤਾ। ਕਵੀ ਰਾਜ ਜੀ ਦੱਸਦੇ ਹਨ ਖਡੂਰ ਸਾਹਿਬ ਦੇ ਵਿੱਚ ਜਿੱਥੇ ਪਿਆਰਿਓ ਜੁਲਾਹੇ ਦਾ ਘਰ ਸੀ ਨਾ, ਉਹਦੇ ਘਰ ਦੇ ਲਾਗੇ ਹੀ ਪਿਆਰਿਓ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਸੰਸਕਾਰ ਕੀਤਾ ਗਿਆ ਸੀ। ਭਾਵ ਕਿ ਜਿਨ੍ਹਾਂ ਨੂੰ ਇਹ ਇਤਿਹਾਸ ਦਾ ਆਪ ਨੂੰ ਹੋ ਸਕਦਾ ਪਤਾ ਹੋਵੇਗਾ, ਲੇਕਿਨ ਸੰਖੇਪ ਦੇ ਵਿੱਚ ਆਪਾਂ ਉਹ ਸਾਖੀ ਇੱਥੇ ਦੱਸਣਾ ਕਰੀਏ ਤਾਂ ਪੂਰਾ ਆਪ ਜੀ ਨੂੰ ਪਤਾ ਲੱਗ ਜਾਵੇਗਾ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਭੱਲੇ ਸਤਿਗੁਰੂ ਜਦੋਂ ਸੇਵਾ ਦੇ ਵਿੱਚ ਸਨ ਤੇ ਜੁਲਾਹਿਆਂ ਦੀ ਪਿਆਰਿਓ ਖੱਟੀ ਸੀ, ਉਹ ਇੱਕ ਲੱਕੜ ਨੂੰ ਗੱਡ ਕਰਕੇ ਰੱਖਦੇ ਸਨ, ਉਹਦੇ ਨਾਲ ਫਿਰ ਤੇ ਜੁਲਾਹੇ ਦਾ ਕੰਮ, ਕੱਪੜੇ ਬੁੰਨਣ ਦਾ ਕੰਮ ਉਹ ਕਰਿਆ ਕਰਦੇ। ਨਿਤ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗਾਗਰ ਲੈ ਕਰਕੇ ਬਿਆਸਾ ਦਰਿਆ ਤੋਂ ਖਡੂਰ ਸਾਹਿਬ ਤਕਰੀਬਨ ਪਿਆਰਿਓ ਜੇ ਆਪਾਂ ਜਾਂਦੇ ਨਾ ਤੇ ਕਦੇ ਪਿਆਰਿਓ ਜਦੋਂ ਸਮਾਂ ਲੱਗਦਾ ਗੁਰਧਾਮਾਂ ਦੇ ਆਪਾਂ ਦਰਸ਼ਨ ਕਰਦੇ ਤੇ ਇਹਨਾਂ ਸਾਰੇ ਅਸਥਾਨਾਂ ਦੇ ਪਿਆਰਿਓ ਇਹ ਤਕਰੀਬਨ ਸਾਰੇ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਲਾਗੇ ਛਾਗੇ 40-50 ਕਿਲੋਮੀਟਰ ਦੀ ਵਿੱਥ ਦੇ ਉੱਤੇ ਹੀ ਹੈ। ਬਿਆਸਾ ਦਰਿਆ ਪਿਆਰਿਓ ਖਡੂਰ ਸਾਹਿਬ ਤੋਂ ਤਕਰੀਬਨ 11-12 ਕਿਲੋਮੀਟਰ ਦੀ ਵਿੱਥ ਬਣਦੀ ਹੈ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਭੱਲੇ ਸਤਿਗੁਰੂ ਜੀ ਜਦੋਂ ਸੇਵਕ ਦੇ ਤੌਰ ਤੇ ਸਨ ਤੇ ਕਿੰਨੀ ਜ਼ਿਆਦੀ ਸ਼ਰਧਾ ਸੀ ਤੇ ਗੁਰੂ ਘਰ ਤੋਂ ਸਤਿਗੁਰੂ ਮਹਾਰਾਜ ਜੀ ਦੇ ਵੱਲ ਪਿੱਠ ਨਹੀਂ ਦਿੰਦੇ। ਅੰਮ੍ਰਿਤ ਵੇਲੇ ਰੋਜ਼ 1-1:30 ਵਜੇ ਉੱਠ ਕਰਕੇ ਕੁਛ ਜਿਹੜੇ ਕਦਮ ਕੁਛ ਕੋ ਦੂਰ ਤੱਕ ਤੇ ਉਹਨਾਂ ਨੇ ਪਿਛਲ ਪੈਰ ਜਾਣਾ, ਫਿਰ ਉਥੋਂ ਪਲਟ ਕਰਕੇ ਬਿਆਸਾ ਦੇ ਵੱਲ ਮੂੰਹ ਕਰਕੇ ਜਾਂਦੇ ਸਨ। ਬਿਆਸਾ ਦਰਿਆ ਤੋਂ ਜਲ ਲੈ ਕੇ ਆਉਣਾ ਤੇ ਰਾਸਤੇ ਦੇ ਵਿੱਚ ਪਿਆਰਿਓ ਇੱਕ ਅਸਥਾਨ ਵੀ ਬਣਿਆ ਹੋਇਆ, ਉਹਦਾ ਨਾਮ ਹੀ ਪੈ ਗਿਆ ਦਮਦਮਾ ਸਾਹਿਬ। ਉੱਥੇ ਦਰਖਤ ਦੇ ਉੱਤੇ ਗਾਗਰ ਰੱਖ ਕਰਕੇ ਥੋੜਾ ਵਿਸ਼ਰਾਮ ਕਰਦੇ, ਫਿਰ ਗਾਗਰ ਨੂੰ ਚੁੱਕ ਕਰਕੇ ਮਹਾਰਾਜ ਜੀ ਦੇ ਕੋਲ ਲੈ ਕੇ ਜਾਣਾ, ਇਸ਼ਨਾਨ ਕਰਾਉਣਾ। ਇੱਕ ਦਿਨ ਜਾਂਦਿਆਂ ਉਹ ਜਿਹੜੀ ਖੱਟੀ ਜਿਹੜੀ ਸੀ ਉਹਦੇ ਨਾਲ ਮਹਾਰਾਜ ਜੀ ਦੇ ਚਰਨ ਵੱਜ ਗਿਆ ਤੇ ਸਤਿਗੁਰੂ ਮਹਾਰਾਜ ਗਿਰ ਗਏ। ਜਦੋਂ ਇੱਕਦਮ ਬੈਲੈਂਸ ਆਊਟ ਹੋ ਗਿਆ, 70 ਸਾਲ ਦੇ ਕਰੀਬ ਦੀ ਵੱਜਦੀ ਤੇ ਸਤਿਗੁਰੂ ਮਹਾਰਾਜ ਜੀ ਨੇ ਤਨ ਦੀ ਪਰਵਾਹ ਨਹੀਂ ਕਰਨੀ ਕੀਤੀ, ਤਨ ਗਿਰ ਗਿਆ ਲੇਕਿਨ ਗਾਗਰ ਨੂੰ ਬਚਾ ਲਿਆ। ਤੇ ਫਿਰ ਉਸ ਵੇਲੇ ਜੁਲਾਹੇ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ ਕਿ ਕੌਣ ਹੈ ਭਾਈ। ਖੜਾਕਾ ਜਦੋਂ ਹੋਇਆ ਉਹਨੇ ਆਵਾਜ਼ ਲਾਈ, ਕੌਣ ਹੈ ਭਾਈ। ਉਸ ਵੇਲੇ ਜੁਲਾਹੀ ਜਿਹੜੀ ਨਾ ਉਹਦੀ ਘਰ ਵਾਲੀ, ਉਹਨੇ ਪਿਆਰਿਓ ਤਾਣਾ ਜਾ ਮਾਰਿਆ, ਉਹਨੇ ਕਿਹਾ ਕਿ ਔਰ ਤੁਸੀਂ ਚੁੱਪ ਹੋ ਜਾਓ, ਇਸ ਵੇਲੇ ਔਰ ਕੋਈ ਨਹੀਂ ਹੁੰਦਾ। ਉਹਨੇ ਪਿਆਰਿਓ ਜਿਹੜਾ ਸ਼ਬਦ ਬੋਲਿਆ ਨਾ, ਆਪਾਂ ਕਹਿਣਾ ਪਿਆਰਿਓ ਬਹੁਤ ਦਿੱਕਤ ਹੁੰਦੀ ਹੈ, ਫਿਰ ਵੀ ਇਤਿਹਾਸ ਨੂੰ ਬਿਆਨ ਕਰਨ ਵਾਸਤੇ ਕਹਿਣਾ ਪੈਂਦਾ ਹੈ। ਉਹਨੇ ਕਿਹਾ ਕਿ ਔਰ ਕੋਈ ਨਹੀਂ ਹੈ, ਇਹ ਅਮਰੂ ਨਿਥਾਵਾ ਹੋਵੇਗਾ। ਜਦੋਂ ਇਹ ਬਚਨ ਕੀਤਾ ਨਾ ਨਿਥਾਵਾ, ਉਸ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਹਾ ਕਮਲੀਏ ਝਲੀਏ, ਨਿਥਾਵਾ ਮੈਂ ਨਹੀਂ ਹਾਂ, ਤੂੰ ਨਿਥਾਵੀ ਹੈ। ਮੈਂ ਤਾਂ ਬੇਸ਼ੱਕ ਨਿਥਾਵਾ ਸੀ ਲੇਕਿਨ ਮੈਨੂੰ ਥਾਂ ਪ੍ਰਾਪਤ ਹੋ ਗਈ, ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ। ਜਿਹਨੂੰ ਪੂਰਾ ਗੁਰੂ ਮਿਲ ਜਾਵੇ ਉਹ ਨਿਥਾਵਾ ਨਹੀਂ ਬਣਦਾ।
ਲੇਕਿਨ ਪਿਆਰਿਓ ਮਹਾਰਾਜ ਜੀ ਨੇ ਕਮਲੀ ਕਿਹਾ, ਝੱਲੀ ਕਿਹਾ। ਉਸੇ ਵੇਲੇ ਉਹਦੇ ਅੰਦਰ ਕਮਲਪੁਣਾ ਆ ਗਿਆ, ਭਾਵ ਕਿ ਕਮਲੀ ਹੋ ਗਈ, ਸ਼ਦਾਈ ਹੋ ਗਈ। ਫਿਰ ਸਤਿਗੁਰੂ ਮਹਾਰਾਜ ਜੀ ਦੇ ਕੋਲ ਦੂਜੇ ਦਿਨ ਆਏ, ਉਹਨੇ ਆਪਣੀ ਭੁੱਲ ਬਖਸ਼ਾਉਣੀ ਕੀਤੀ। ਸਾਖੀ ਪਿਆਰਿਓ ਵੱਡੀ ਹੈ। ਇਹ ਉਹ ਜੁਲਾਹਾ ਹੈ ਜਿਹਦੇ ਖੱਡੀ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਚਰਨਵਾਜ ਕਰਕੇ ਸਤਿਗੁਰੂ ਮਹਾਰਾਜ ਜੀ ਗਿਰ ਗਏ ਸਨ। ਉਹਦੇ ਘਰ ਦੇ ਨਾਲ ਹੀ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਦੇਹੀ ਦਾ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਗਿਆ। ਅਬ ਲੋ ਖਰਿਓ ਕਰੀਰ ਤਰ ਕਿਲਕ ਲਗਿਓ ਪਗ ਜੇਹ। ਤੇ ਹੁਣ ਤੱਕ ਕਹਿੰਦੇ ਉਹ ਜਿਹੜਾ ਕਰੀਰ ਦਾ ਦਰਖਤ ਜਿਹੜਾ ਨਾ ਪਿਆਰਿਓ ਉਹ ਖੜਿਆ ਹੋਇਆ। ਤੇ ਇਹ ਵੀ ਪਿਆਰਿਓ ਬੜੇ ਕਮਾਲ ਦੀ ਗੱਲ ਹੈ। ਤੇ ਜੁਲਾਹੇ ਨੇ ਕੀ ਕਰਨਾ ਕੀਤਾ, ਉਹ ਲੱਕੜ ਜਿਹੜੀ ਹੈ, ਕਿਉਂਕਿ ਲੱਕੜ ਇੱਕ ਵਾਰੀ ਆਪ ਜੀ ਕੱਟ ਦਿਓ, ਚੰਗੀ ਤਰ੍ਹਾਂ ਕੱਟ ਕਰਕੇ ਉਹਨੇ ਕੀ ਕਰਨਾ ਕੀਤਾ ਸੀ, ਧਰਤੀ ਦੇ ਵਿੱਚ ਅੱਧਾ ਗੱਡ ਦਿੱਤਾ। ਤੇ ਜੁਲਾਹੇ ਜਿਹੜੇ ਹਨ ਉਹਦੇ ਉੱਤੇ ਪਹਾੜ ਪਾ ਕਰਕੇ ਕਪੜਾ ਬੁੰਨਣ ਦਾ ਉਹ ਕੰਮ ਕਰਿਆ ਕਰਦੇ ਸਨ, ਉਹਦੇ ਉੱਤੇ ਵੱਟ ਪਾ ਕਰਕੇ। ਤੇ ਅੱਧੇ ਤੋਂ ਜ਼ਿਆਦਾ ਪਿਆਰਿਓ ਧਰਤੀ ਦੇ ਉੱਤੇ ਦੱਬਿਆ ਹੋਇਆ ਸੀ ਤੇ ਥੋੜੀ ਕੋ ਕੀਲ ਜਿਹੜੀ ਹੈ ਉਹ ਬਾਹਰ ਨਿਕਲੀ ਹੋਈ। ਤੇ ਪਿਆਰਿਓ ਪੂਰੀ ਉਹ ਸੁੱਕੀ ਲੱਕੜ ਸੀ, ਕੋਈ ਉਹਦੇ ਵਿੱਚ ਜਾਨ ਜਿੰਦ ਨਹੀਂ ਹੈ। ਇੱਕ ਵਾਰੀ ਆਪਨੇ ਵੇਖਿਆ ਹੋਵੇਗਾ, ਲੱਕੜ ਜਿਹੜੀ ਹੈ ਉਹਨੂੰ ਕੱਟ ਦਿਓ, ਕੱਢ ਕੇ ਗੜ ਦਿਓ, ਸੁੱਕ ਜਾਵੇ ਉਹ ਮਰ ਜਾਂਦੀ ਹੈ, ਉਹ ਖਤਮ ਹੋ ਜਾਂਦੀ। ਲੇਕਿਨ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨ ਛੂਹ ਦੀ ਉਸ ਖੱਟੀ ਨੂੰ ਜਦੋਂ ਪ੍ਰਾਪਤ ਹੋਏ ਤੇ ਉਹ ਪਿਆਰਿਓ ਫਿਰ ਤੋਂ ਹਰਾ ਭਰਾ ਹੋ ਗਿਆ ਉਹ ਦਰਖਤ। ਉਹ ਠੂਠ ਜਿਹੜਾ ਪਿਆਰਿਓ ਫਿਰ ਠੂਠ ਨਹੀਂ ਰਿਹਾ, ਉਹ ਕਰੀੜ ਦੀ ਲੱਕੜ ਸੀ। ਤੇ ਫਿਰ ਪਿਆਰਿਓ ਉਹਦੇ ਵਿੱਚੋਂ ਕਰੂਮਲਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਤੇ ਬਹੁਤ ਵੱਡਾ ਫਿਰ ਉਹ ਦਰਖਤ ਬਣ ਗਿਆ। ਹਾਲੇ ਵੀ ਪਿਆਰਿਓ ਉਹ ਦਰਖਤ ਮੌਜੂਦ ਹੈ ਜਿਹੜਾ ਇੱਕਦਮ ਸੁੱਕਿਆ ਹੋਇਆ ਸੀ। ਸੁੱਕੀ ਲੱਕੜ ਨੂੰ ਕੱਢਣਾ ਕੀਤਾ, ਲੇਕਿਨ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦਾ ਜਦੋਂ ਸਪਰਸ਼ ਪ੍ਰਾਪਤ ਹੋਇਆ ਤੇ ਸੂਕੇ ਹਰੇ ਕੀਏ ਖਿਨ ਮਾਹੇ। ਤੇ ਸੁੱਕਿਆਂ ਨੂੰ ਸਤਿਗੁਰੂ ਮਹਾਰਾਜ ਤੁਰੰਤ ਹਰੇ ਕਰ ਦਿੰਦੇ ਹਨ। ਚਰਨ ਲੱਗਣ ਕਰਕੇ ਉਹ ਫਿਰ ਉਹ ਦਰਖਤ ਬਣ ਗਿਆ, ਕਰੀੜ ਦਾ ਦਰਖਤ ਬਣ ਗਿਆ। ਚੌਪਈ ਬਾਸਰ ਕੇ 1 ਗ੍ਰਾਮ ਸੋ ਨਾਮ। ਹੁਣ ਸ੍ਰੀ ਗੁਰੂ ਅਮਰਦਾਸ ਜੀ ਦੇ ਬਾਬਤ ਦੱਸਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜੋ ਜੱਦੀ ਪੁਸ਼ਤੀ ਨਗਰ ਹੈ, ਜਿੱਥੋਂ ਦੇ ਰਹਿੰਦੇ ਸਨ, ਬਾਸਰ ਕੇ, ਜ਼ਿਲ੍ਹਾ ਅੰਮ੍ਰਿਤਸਰ ਪਿਆਰਿਓ ਇਹ ਵੱਜਦਾ। ਤੇਜੋ ਮਲ ਬਸਹਿ ਕਰ ਧਾਮੂ। ਤੇ ਭੱਲੋ ਪੁਹਾਲ ਤੇਜੋ ਤਨਾ ਨ੍ਰਿਪਤ ਨਾਥ ਨਾਨਕ ਬਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਵੀ ਸਤਿਕਾਰਯੋਗ ਪਿਤਾ ਜੀ ਦਾ ਨਾਮ ਭੱਟਾਂ ਨੇ ਉਚਾਰਨ ਕਰਨਾ ਕੀਤਾ। ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਤੇਜੋ ਮਲ ਕਰਕੇ। ਰੂਪ ਕੌਰ ਦਾਰਾ ਤਿਸਕੇਰੀ। ਉਹਨਾਂ ਦੀ ਘਰਵਾਲੀ ਭਾਵ ਕੇ ਸਤਿਗੁਰੂ ਮਹਾਰਾਜ ਜੀ ਦੇ ਮਾਤਾ ਜੀ ਦਾ ਨਾਮ ਸੀ ਰੂਪ ਕੁੰਵਰ। ਤਪਸਾ ਕੀਨਸ ਜਿਨਹੁ ਬਡੇਰੀ। ਜਿਨ੍ਹਾਂ ਨੇ ਬਹੁਤ ਜ਼ਿਆਦੀ ਤਪੱਸਿਆ ਕਰਨੀ ਕੀਤੀ। ਜਿਸ ਕੋ ਫਲ ਬਿਦਤਿਉ ਅਸ ਆਏ। ਜਿਸ ਦਾ ਫਲ ਪਿਆਰਿਓ ਇਹ ਪ੍ਰਗਟ, ਇਹ ਫਲ ਪ੍ਰਾਪਤ ਹੋਇਆ ਸ੍ਰੀ ਗੁਰੂ ਅਮਰਦਾਸ ਜੀ ਮਾ ਜਿਨ੍ਹਾਂ ਦੇ ਘਰ ਦੇ ਵਿੱਚ ਪ੍ਰਕਾਸ਼ ਲੈਣਾ ਕੀਤਾ, ਜਨਮ ਧਾਰਨ ਕੀਤਾ ਹੈ। ਜਨਮਿਓ ਹੋਇਆ 70 ਦਾ ਪਿਆਰਿਓ ਬੰਦਾ ਮਤਹੀਨਾ ਬਣ ਜਾਂਦਾ, 80 ਕਾ ਵਿਵਹਾਰ ਨਾ ਪਾਵੇ। 80 ਸਾਲ ਦਾ ਜਦੋਂ ਹੋ ਜਾਵੇ ਨਾ, ਜ਼ਿਆਦਾਤਰ ਆਪਾਂ ਵੇਖਦੇ ਹਾਂ ਉਹਨੂੰ ਵਿਵਹਾਰ ਹੀ ਨਹੀਂ ਪ੍ਰਾਪਤ ਹੁੰਦਾ। ਇਹ ਆਪਣੇ ਤੇ ਪਰਾਇਆਂ ਦਾ ਕੋਈ ਵਿਵਹਾਰ ਨਹੀਂ ਹੁੰਦਾ। ਕਦੇ ਆਪਣਿਆਂ ਦੇ ਨਾਲ ਝਗੜਾ ਕਰਦਾ, ਬਹਿਸਮਬਾਜ਼ੀ ਕਰਦਾ, ਕਲੇਸ਼ ਪਾ ਕਰਕੇ ਰੱਖਦਾ। ਲੇਕਿਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਮਰ ਦੀ ਪਿਆਰਿਓ ਕੋਈ ਪਰਵਾਹ ਨਹੀਂ ਕਰਨੀ ਕੀਤੀ ਹੈ। ਮਹਾਰਾਜ ਜੀ ਨੇ ਕਿਹਾ, ਨਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਕਿ ਭਾਈ ਜਵਾਨੀ ਦੇ ਵਿੱਚ ਤੂਨੇ ਰੱਬ ਦਾ ਆਨੰਦ ਨਹੀਂ ਮਾਣਨਾ ਕੀਤਾ। ਕੋਈ ਨਹੀਂ, ਜੋ ਬੀਤ ਗਿਆ ਸੋ ਬੀਤ ਗਿਆ, ਬੁਢਾਪਾ ਆ ਗਿਆ। ਭਾਈ ਬੁਢਾਪੇ ਦੇ ਵਿੱਚ ਤਾਂ ਤੂੰ ਜੁੜ ਜਾ ਗੁਰੂ ਘਰ ਦੇ ਨਾਲ, ਸੇਵਾ ਸਿਮਰਨ ਦੇ ਨਾਲ ਜੁੜਨਾ ਕਰ। ਜਦੋਂ ਵੀ ਤੂੰ ਜੁੜੇਗਾ ਨਾ ਰੱਬ ਦੇ ਨਾਲ, ਤੈਨੂੰ ਨਵੇਂ ਕਲਾ ਰੰਗ ਜਿਹੜਾ ਚੜ ਜਾਵੇਗਾ। ਆਪਾਂ ਵੇਖਦੇ ਹਾਂ ਕਈ ਜਿਹੜੇ ਪਿਆਰਿਓ ਬਜ਼ੁਰਗ ਜਿਹੜੇ ਹਨ ਤੇ ਘਰਾਂ ਦੇ ਵਿੱਚ ਰਹਿੰਦੇ, ਉਹਨਾਂ ਨੂੰ ਜਦੋਂ ਕਹੀਦਾ ਹੈ ਜਾਂ ਆਮ ਵੀ ਕਈ ਇਹ ਕਰਦੇ ਹਨ ਕਿ ਚਲੋ ਜੀ ਜਾਓ ਗੁਰੂ ਘਰ ਜਾਓ ਸੇਵਾ, ਉਹ ਕਹਿੰਦੇ ਜੀ ਜਵਾਨੀ ਦਾ ਕੰਮ ਹੈ, ਹੁਣ ਤਾਂ ਕੁਛ ਨਹੀਂ ਹੋਣਾ, ਹੁਣ ਤਾਂ ਮੈਂ ਬੁੱਢਾ ਹੋ ਗਿਆ। ਨਹੀਂ ਪਿਆਰਿਓ, ਗੁਰਮੁਖ ਬੁੱਢੇ ਕਦੇ ਨਾਹੀ, ਕਦੇ ਉਹ ਬਜ਼ੁਰਗ ਨਹੀਂ ਹੁੰਦੇ। ਤੇ ਸੇਵਾ ਦਾ ਸਿਮਰਨ ਦਾ ਕੋਈ ਟਾਈਮ ਨਹੀਂ ਹੈ।
ਜਦੋਂ ਜਾਗ ਜਾਓਗੇ ਨਾ ਉਸ ਵੇਲੇ ਸਵੇਰਾ ਹੈ, ਉਸ ਵੇਲੇ ਦਿਨ ਚੜ ਗਿਆ ਜਾਣ ਲਿਓ। ਬੁਢਾਪੇ ਦੇ ਵਿੱਚ ਕੋਈ ਗੱਲ ਨਹੀਂ ਹੈ ਪਿਆਰਿਓ, ਇਹ ਤਾਂ ਬਹੁਤ ਵਧੀਆ ਹੈ। ਇਹ ਤਾਂ ਪਿਆਰਿਓ ਫਿਰ ਰਸ ਹੀ ਰਸ ਹੈ ਬੁਢਾਪੇ ਦੇ ਵਿੱਚ। ਅਕਸਰ ਆਪਾਂ ਵੇਖਦੇ ਹਾਂ ਬੁੱਢੇ ਬੰਦੇ, ਇਹ ਪਿਆਰਿਓ ਮਹਿਸੂਸ ਨਹੀਂ ਕਰਨਾ ਲੇਕਿਨ ਹੈ ਸੱਚੀ ਗੱਲ ਹੈ। ਬੁੱਢੇ ਬੰਦੇ ਜਦੋਂ ਘਰ ਦੇ ਵਿੱਚ ਰਹਿ ਜਾਣ ਤੇ ਫਿਰ ਘਰ ਦੇ ਵਿੱਚ ਬੜਾ ਫਿਰ ਕਲੇਸ਼ ਜਾ ਪੈ ਜਾਂਦਾ, ਘਰ ਵਾਲੇ ਵੀ ਬੜਾ ਕਲੇਸ਼ ਕਰਦੇ, ਲੜਾਈ ਝਗੜਾ ਹੋ ਜਾਂਦਾ, ਇੱਕ ਪੀੜ੍ਹੀ ਦਾ ਫਰਕ ਆ ਜਾਂਦਾ, ਇੱਕ ਸੋਚ ਦਾ ਪਿਆਰਿਓ ਫਰਕ ਆ ਜਾਂਦਾ। ਲੇਕਿਨ ਉਹੀ ਬਜ਼ੁਰਗ ਗੁਰੂ ਘਰ ਦੇ ਵਿੱਚ ਆ ਕਰਕੇ, ਇੱਥੇ ਆ ਕਰਕੇ ਸੇਵਾ ਕਰੋ, ਸਿਮਰਨ ਕਰੋ, ਨਾਮ ਜਪੋ ਤੇ ਪਿਆਰਿਓ ਰਾਸੀ ਰਸ ਹੈ। ਫਿਰ ਕਈ ਵਾਰੀ ਇਹ ਵੀ ਆਪਾਂ ਵੇਖਦੇ ਹਾਂ ਪਿਆਰਿਓ, ਇਹਨੂੰ ਵੀ ਆਪਾਂ ਦਰਕਿਨਾਰ ਨਹੀਂ ਕਰ ਸਕਦੇ ਆ, ਇਨਕਾਰ ਨਹੀਂ ਕਰ ਸਕਦੇ। ਕਈ ਪਿਆਰਿਓ ਉਮਰ ਕਰਕੇ ਤਾਂ ਬੁੱਢੇ ਹੋ ਜਾਂਦੇ, ਲੇਕਿਨ ਗੁਰੂ ਘਰ ਦੇ ਵਿੱਚ ਆ ਕਰਕੇ ਘਰ ਦੇ ਵਿੱਚ ਬਿਲਕੁਲ ਨਹੀਂ ਚੱਲਦੀ ਹੈ। ਘਰ ਦੇ ਵਿੱਚ ਬੱਚੇ ਗਾਲਾਂ ਕੱਢਦੇ, ਧੱਕੇ ਮਾਰ ਕੇ ਬਾਹਰ ਕੱਢਦੇ, ਉਹ ਗੁਰੂ ਘਰ ਦੇ ਵਿੱਚ ਆ ਕਰਕੇ ਰੋਬ ਜਮਾਉਂਦੇ, ਇਹ ਕਿਉਂ ਕਰ ਰਿਹਾ ਭਾਈ? ਐਵੇਂ ਇੱਥੇ ਵੀ ਆ ਕਰਕੇ ਝਗੜਾ ਹੀ ਕਰਨਾ, ਨਿਤ ਕਲੇਸ਼ ਪਾਉਣਾ, ਫਿਰ ਇਹਦਾ ਵੀ ਪਿਆਰਿਓ ਕੋਈ ਲਾਭ ਨਹੀਂ ਹੈ। ਗੁਰੂ ਘਰ ਦੇ ਵਿੱਚ ਆਓ ਤੇ ਇਕਾਂਤ ਦੇ ਵਿੱਚ ਰਹਿ ਕਰਕੇ ਜਿੰਨਾ ਆਪ ਜੀ ਸਾਧਨਾ ਕਰ ਸਕਦੇ, ਕਥਾ ਕੀਰਤਨ ਦਾ ਰਸ ਮਾਣ ਸਕਦੇ, ਗੁਰਬਾਣੀ ਦਾ ਪਠਨ ਪਾਠਨ ਕਰ ਸਕਦੇ, ਸੇਵਾ ਦਾ ਆਨੰਦ ਮਾਣ ਸਕਦੇ, ਇਹ ਮਾਣ ਲੈਣਾ ਚਾਹੀਦਾ। ਇੱਥੇ ਵੀ ਆ ਕਰਕੇ ਦਾਅਵੇ ਨਹੀਂ ਕਰਨਾ ਚਾਹੀਦਾ। ਕਈ ਵਾਰੀ ਪਿਆਰਿਓ ਅਸੀਂ ਵੇਖਿਆ ਕਿ ਕਈ ਬੁੱਢੇ, ਉਹ ਹੈ ਪਿਆਰਿਓ ਇਹਨੂੰ ਟਾਰਗੇਟ ਕਰਕੇ ਨਹੀਂ ਲੇਕਿਨ ਹੈ ਸੱਚੀ ਗੱਲ ਹੈ, ਤਕਰੀਬਨ ਕਈ ਆ ਕਰਕੇ ਫਿਰ ਇੱਥੇ ਦਾਵਾ ਕਰ ਦਿੰਦੇ ਇਹ ਮੇਰੀ ਥਾਂ ਹੈ ਭਾਈ, ਇੱਥੇ ਮੈਂ ਬਹਿਣਾ, ਇਹ ਮੈਂ ਹੀ ਕੰਮ ਕਰਨਾ, ਦੂਜਾ ਲਾਗੇ ਨਹੀਂ ਲੱਗਣਾ। ਨਹੀਂ ਪਿਆਰਿਓ, ਜੇ ਗੁਰੂ ਘਰ ਦੇ ਵਿੱਚ ਆਏ ਨਿਮਰਤਾ ਦੇ ਵਿੱਚ ਰਹਿ ਕਰਕੇ ਸੇਵਾ ਸਿਮਰਨ ਕਰੋਗੇ, ਜਨਮ ਜਿਹੜਾ ਸਫਲਾ ਹੋ ਜਾਵੇਗਾ। 70 ਸਾਲ ਦੇ ਵਿੱਚ ਤਾਂ ਬੰਦਾ ਜਿਹੜਾ ਪੂਰਾ ਖਤਮ ਹੋ ਜਾਂਦਾ, ਲੇਕਿਨ 72 ਸਾਲ ਦੀ ਆਰ ਬਲਾ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ, 12 ਤੋਂ 14 ਸਾਲ ਤਕਰੀਬਨ ਪਿਆਰਿਓ ਗੁਰੂ ਘਰ ਦੀ ਰਜ ਕਰਕੇ ਸੇਵਾ ਕਰਨੀ ਕੀਤੀ। ਆ ਬੁੱਢੇ ਬੰਦੇ ਕਈ ਵਾਰੀ ਪਿਆਰਿਓ, ਨੌਜਵਾਨ ਬਜ਼ੁਰਗਾਂ ਦੀ ਤਾਂ ਕੀ ਆਪਾਂ ਗੱਲ ਕਰੀਏ, ਨੌਜਵਾਨ ਬੰਦੇ ਨੂੰ ਵੀ ਬੋਲੋ ਕਿ ਚੱਲ ਭਾਈ ਆ ਉੱਥੇ ਜਾਣਾ ਹੈ, ਗੁਰੂ ਘਰ ਦੇ ਵਿੱਚ ਜਾਣਾ, ਜੇ ਪਿਆਰਿਓ 10 ਕਦਮ ਦਾ ਫਾਸਲਾ ਹੁੰਦਾ ਤੇ ਕਹਿੰਦੇ ਜੀ ਨਹੀਂ ਮੈਂ ਗੱਡੀ ਤੇ ਆਉਣਾ ਕਰਕੇ। ਨਹੀਂ ਪਿਆਰਿਓ, ਜਿੰਨਾ ਆਪਾਂ ਮਿਹਨਤ ਕਰਾਂਗੇ, ਮਸ਼ੱਕਤ ਕਰਾਂਗੇ, ਲਾਭ ਹੀ ਹੋਵੇਗਾ। ਆਪਾਂ ਅੱਧਾ ਕਿਲੋਮੀਟਰ ਵੀ ਚੱਲ ਕੇ ਨਹੀਂ ਜਾ ਸਕਦੇ ਤੇ ਆਪ ਜੀ ਵਿਚਾਰ ਕਰਨਾ ਕਰੋ। ਨਿਤ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਿਆਰਿਓ 22 ਤੋਂ 24 ਕਿਲੋਮੀਟਰ ਪੈਦਲ ਸਫ਼ਰ ਤੈਅ ਕਰਦੇ ਸਨ। ਕੀ ਜਲ ਦਾ ਪਿਆਰਿਓ ਘਾਟਾ ਸੀ? ਜੇ ਆਪਾਂ ਵੇਖੀਏ ਕਿ ਖਡੂਰ ਸਾਹਿਬ ਦੇ ਵਿੱਚ ਜਲ ਪ੍ਰਾਪਤ ਨਹੀਂ ਹੁੰਦਾ, ਉੱਥੇ ਵੀ ਬਹੁਤ ਸਨ ਕਰਾ ਸਕਦੇ ਸਨ, ਲੇਕਿਨ ਮਨ ਦੇ ਵਿੱਚ ਸੰਕਲਪ ਕਰਨਾ ਕੀਤਾ ਸੀ ਤੇ ਬਿਆਸਾ ਦਰਿਆ ਤੋਂ ਤਾਜ਼ਾ ਜਲ ਲਿਆ ਕਰਕੇ ਨਿਤ ਸਤਿਗੁਰਾਂ ਦੇ ਇਸ਼ਨਾਨ ਕਰਾਇਆ ਕਰਦੇ। ਜਦੋਂ ਉਹਨਾਂ ਦਾ ਇਤਿਹਾਸ ਆਪਾਂ ਪੜਾਂਗੇ ਨਾ ਸੱਚ ਪਿਆਰਿਓ, ਫਿਰ ਪਤਾ ਚੱਲਦਾ ਕਿ ਸੇਵਾ ਗੁਰੂ ਘਰ ਦੇ ਵਿੱਚ ਕੀ ਮੁਰਿਓ ਨਾ ਮਨ ਕਬ ਰਹਿਓ ਅਦੂਖਾ, ਤੇ ਕਦੇ ਵੀ ਉਹਨਾਂ ਦਾ ਮਨ ਜਿਹੜਾ ਮੁਰਿਆ ਨਹੀਂ ਹੈ। ਭਾਵ ਕਿ ਕਈ ਵਾਰੀ ਆਪਾਂ ਹੰਬਲ ਥੱਕ ਜਾਂਦੇ ਆ, ਕੀ ਕਰਨਾ ਭਾਈ ਚਲੋ ਬਹੁਤ ਹੋ ਗਿਆ, ਲੇਕਿਨ ਮਨ ਨੂੰ ਪੱਕਾ ਨਿਸ਼ਚਾ ਦੇ ਕਰਕੇ ਇਹਨਾਂ ਨੇ ਸੇਵਾ ਕੀਤੀ। ਬੈਸ 84 ਸੰਮਤ ਜਬ, ਜਦੋਂ 84 ਵਰਖ ਦੀ ਇਹਨਾਂ ਦੀ ਆਰਬਲਾ ਹੋਈ ਹੈ, ਤਖਤ ਜਗਤ ਗੁਰਤਾ ਟਿਕ ਤਬੈ, ਤੇ ਗੁਰਤਾ ਗੱਦੀ ਦਾ ਜੋ ਤਖਤ ਜਿਹੜਾ ਹੈ ਉਹਦੇ ਉੱਤੇ ਇਹਨਾਂ ਦੀ ਸੇਵਾ ਨੂੰ ਵੇਖ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਮਾਨ ਕਰਨਾ ਕੀਤਾ। ਕਰਿਓ ਪ੍ਰਕਾਸ਼ਨ ਆਪਨੂ ਆਪ, ਤੇ ਆਪਣਾ ਆਪਾ ਜਿਹੜਾ ਜੋਤ ਗੁਰੂ ਨਾਨਕ ਦੇਵ ਜੀ ਦੀ ਤੀਜੇ ਜਾਮੇ ਦੇ ਵਿੱਚ ਟਿਕਾ ਦਿੱਤੀ। ਕਹੀ ਪੈਜ ਆਪਣੀ ਕਹੋ ਥਾਪ, ਇਸ ਤਰ੍ਹਾਂ ਆਪਣੀ ਪੈਜ ਥਾਪ ਕਰਕੇ ਆਪਣੇ ਨਿਜ ਅਸਥਾਨ ਤੇ ਉਹਨਾਂ ਨੂੰ ਸਥਾਪਿਤ ਕਰਕੇ ਜਬ ਲਗ ਜਗ ਹਮਰੋ ਤਨ ਰਹਿ, ਤੇ ਕਿਹਾ ਫਿਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਫਿਰ ਬਚਨ ਕਰਨਾ ਕੀਤਾ ਗੋਇੰਦਵਾਲ ਸਾਹਿਬ ਦੇ ਵਿੱਚ, ਜਦੋਂ ਤੱਕ ਭਾਈ ਅਸੀਂ ਸਰੀਰ ਕਰਕੇ ਮੌਜੂਦ ਰਵਾਂਗੇ। ਸੁਤ ਮ੍ਰਿਤ ਮਾਤ ਪਿਤਾ ਨਹਿ ਲਹੈ, ਤੇ ਉਹਨਾਂ
ਨੇ ਕਿਹਾ ਕਿ ਕੋਈ ਵੀ ਮਾਤਾ ਪਿਤਾ ਆਪਣੇ ਬੱਚੇ ਦੀ ਮੌਤ ਨਹੀਂ ਵੇਖਣਗੇ। ਇਹ ਪਿਆਰਿਓ ਇਤਿਹਾਸ ਦੇ ਵਿੱਚ ਵੀ ਬਚਨ ਆਉਂਦਾ ਜਦੋਂ ਤੱਕ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇਹੀ ਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਸਨ। ਇਹਦੀ ਵੀ ਪਿਆਰਿਓ ਕਥਾ ਆਉਂਦੀ ਹੈ, ਆਪਾਂ ਸੰਖੇਪ ਦੇ ਵਿੱਚ ਉਹਨੂੰ ਵੀ ਸਰਵਣ ਕਰਨਾ ਕਰੀਏ। ਇੱਕ ਪਿਆਰਿਓ ਗਰੀਬਣੀ ਮਾਂ ਜਿਹੜੀ ਹੈ, ਉਹਦਾ ਬੱਚਾ ਨੌਜਵਾਨ ਬੱਚਾ ਜਿਹੜਾ ਮਰ ਗਿਆ। ਉਹਨੇ ਬਹੁਤ ਜ਼ਿਆਦਾ ਵੈਣ ਪਾਇਆ, ਇੰਨੀ ਉਹ ਦੁਖੀ ਹੋਈ, ਉਹਨੇ ਆਪਣੇ ਬੱਚੇ ਨੂੰ ਲਿਆ ਕਰਕੇ ਗੁਰੂ ਘਰ ਦੇ ਵਿੱਚ ਰੱਖ ਦਿੱਤਾ ਤੇ ਬਹੁਤ ਜ਼ਿਆਦਾ ਉਹਨੇ ਵਿਰਲਾਪ ਕਰਨਾ ਕੀਤਾ ਕਿ ਆ ਸਤਿਗੁਰੂ ਮਹਾਰਾਜ ਇੱਕੋ ਇੱਕ ਬੱਚਾ ਸੀ ਮੇਰਾ, ਇਹ ਆਸਰਾ ਸੀ ਬੁਢਾਪੇ ਦਾ, ਇਹ ਮਰ ਗਿਆ, ਇਹਦੇ ਥਾਂ ਤੇ ਮੈਂ ਮਰ ਜਾਂਦੀ ਤਾਂ ਵਧੀਆ ਹੁੰਦਾ। ਤੇ ਬਹੁਤ ਉਹਨੇ ਜਦੋਂ ਵਿਰਲਾਪ ਕੀਤਾ ਤਾਂ ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਧੀਰਜ ਦਿੱਤੀ, ਹੌਸਲਾ ਦਿੱਤਾ ਤੇ ਕਿਹਾ ਕਿ ਜਦੋਂ ਤੱਕ ਭਾਈ ਅਸੀਂ ਰਵਾਂਗੇ ਕੋਈ ਵੀ ਮਾਤਾ ਪਿਤਾ ਦੇ ਸਾਹਮਣੇ ਉਹਨਾਂ ਦਾ ਬੱਚਾ ਨਹੀਂ ਮਰਿਆ ਕਰੇਗਾ, ਉਹ ਚਲਾਣਾ ਨਹੀਂ ਕਰੇਗਾ। ਦਵੈ ਬਿੰਸਤ ਦਿੱਲੀ ਉਮਰਾ, ਤੇ ਦਵੈ ਬਿੰਸਤ ਦਾ ਭਾਵ ਕਿ 22 ਜੋ ਦਿੱਲੀ ਦੇ ਸੂਬੇ ਸਨ ਉਹਨਾਂ ਜ਼ਮਾਨਿਆਂ ਦੇ ਵਿੱਚ ਕਿਤੇ ਸਿੱਖ ਮੰਜੀ ਸੋ ਬਿਠਾ, ਤੇ ਉਹਨਾਂ ਨੇ ਉਹਨੇ ਮੰਜੀਆਂ ਨੂੰ ਥਾਪ ਕਰਕੇ ਸਥਾਪਿਤ ਕਰਕੇ ਸਿੱਖੀ ਦਾ ਪ੍ਰਚਾਰ ਜਿਹੜਾ ਹੈ ਇਹ ਕਰਨ ਵਾਸਤੇ ਉਹਨਾਂ ਨੂੰ ਨਿਯੁਕਤ ਕਰਨਾ ਕੀਤਾ। ਤੇ ਪਿਆਰਿਓ ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਤੇ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਸਤਿਗੁਰਾਂ ਨੇ ਕੀਤਾ ਹੈ। ਅੱਜ ਕਈ ਸਟੇਟਾਂ ਦੇ ਵਿੱਚ ਤਕਰੀਬਨ ਪਿਆਰਿਓ ਇੱਕ ਅੰਦਾਜ਼ੇ ਦੇ ਨਾਲ 30 ਤੋਂ ਵੱਧ ਸਟੇਟ ਜਿਹੜੇ ਹਨ ਹਿੰਦੁਸਤਾਨ ਦੇ ਵਿੱਚ ਹਨ। ਕਈ ਸਟੇਟ ਪਿਆਰਿਓ ਜਿਸ ਤਰ੍ਹਾਂ ਕਿ ਹੁਣੇ ਇਹ ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਵੱਖਰਾ ਹੋ ਗਿਆ, ਲੇਕਿਨ ਤੁਰਕਾਂ ਦੇ ਵੇਲੇ ਉਸ ਜ਼ਮਾਨੇ ਦੇ ਵਿੱਚ ਦੇਸ਼ ਕਿੰਨਾ ਵੱਡਾ ਸੀ, ਪੂਰਾ ਅਫਗਾਨਿਸਤਾਨ ਤੱਕ, ਇਹ ਜਿਹੜਾ ਹੈ ਬਰਮਾ, ਭੂਟਾਨ ਆਦਿਕ, ਤਿੱਬਤ ਆਦਿਕ ਹੋ ਗਿਆ, ਸ਼੍ਰੀਲੰਕਾ, ਇਹ ਸਾਰੇ ਹਿੰਦੁਸਤਾਨ ਦੇ ਹਿੱਸੇ ਹੋਇਆ ਕਰਦੇ। ਤੇ ਉਹਨਾਂ ਜ਼ਮਾਨਿਆਂ ਦੇ ਵਿੱਚ 22 ਸੂਬੇ ਸਨ ਹਿੰਦੁਸਤਾਨ ਦੇ ਵਿੱਚ। ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ 22 ਮੰਜੀਆਂ ਨੂੰ ਥਾਪ ਕਰਕੇ ਜਿਸ ਤਰ੍ਹਾਂ ਇੱਕ ਸਟੇਟ ਹੈ ਉਹਦੀ ਜ਼ਿੰਮੇਵਾਰੀ ਦੇ ਦਿੱਤੀ ਹੈ ਉਹ ਮੰਜੀਦਾਰ ਨੂੰ ਕਿ ਭਾਈ ਤੂੰ ਆਪਣੇ ਸਟੇਟ ਦੇ ਵਿੱਚ ਸੂਬੇ ਦੇ, ਕਿਉਂਕਿ ਸੂਬਾ ਬੋਲਾਂਗੇ ਤੇ ਕਈਆਂ ਨੂੰ ਪਤਾ ਨਹੀਂ ਲੱਗੇਗਾ, ਉਹ ਸਟੇਟ ਦੇ ਵਿੱਚ ਉਹਦੀ ਡਿਊਟੀ ਲਾ ਦਿੱਤੀ ਹੈ ਕਿ ਇਹ ਸਟੇਟ ਦੇ ਵਿੱਚ ਤੂੰ ਭਾਈ ਸਿੱਖੀ ਦਾ ਪ੍ਰਚਾਰ ਕਰਨਾ ਹੈ। ਤੇ ਫਿਰ ਉਹਦੇ ਅੱਗੇ 72 ਪੀੜੇ ਜਿਹੜੇ ਹਨ ਉਹਨਾਂ ਦੇ ਅੱਗੇ ਨਿਯੁਕਤ ਕਰਨੇ ਕੀਤੇ, ਉਹ ਥਾਂ ਥਾਂ ਤੇ ਜਾ ਕਰਕੇ ਸਿੱਖੀ ਦਾ ਇਹ ਨਿਰਮਲ ਮਾਰਗ ਦਾ ਪ੍ਰਚਾਰ ਕਰਿਆ ਕਰਦੇ ਸਨ। ਕੌਣ ਕੌਣ ਗੁਣ ਤਿਨ ਕੇ ਭੰਨੀਏ, ਉਹਨਾਂ ਦੇ ਗੁਣ ਕਿਹੜੇ ਕਿਹੜੇ ਅਸੀਂ ਉਚਾਰਨ ਕਰਨਾ ਕਰੀਏ ਜੀ। ਜਲ ਤਰੰਗ ਰਜ ਕਨ ਸਮਗਨੀਏ, ਜਿਹੜਾ ਹੁੰਦਾ ਨਾ ਰੇਤੀ ਦਾ ਕਿੰਨੇ ਕੋ ਕਣ ਆਪਾਂ ਗਿਣ ਸਕਦੇ ਹਾਂ। ਭੱਟਾਂ ਨੇ ਬਚਨ ਕੀਤਾ ਨਾ, ਉਹਨਾਂ ਨੇ ਪਿਆਰਿਓ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਮਨ ਆਵੇ। ਉਹਨਾਂ ਨੇ ਬਚਨ ਕੀਤਾ ਘਨ ਹਰ ਬੂੰਦ ਬਸਵ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਰਬ ਸਸ ਕਿਰਨ ਉਦਰ ਸਾਗਰ ਕਉ ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਾਲਿਆ ਉਨਹਿ ਜੋ ਗਾਵੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਉਹਨਾਂ ਨੇ ਇਹ ਬਚਨ ਕਰਨਾ ਕੀਤਾ, ਸਤਿਗੁਰੂ ਮਹਾਰਾਜ ਜੀ ਦੀ ਆਪਾਂ ਉਪਮਾ ਨਹੀਂ ਕਰ ਸਕਦੇ। ਰਾਮੂ ਨਾਮ ਭਾਰਜਾ ਅਹੈ, ਉਹਨਾਂ ਦੇ ਅੱਗੇ ਜੋ ਭਾਰਜਾ ਘਰਵਾਲੀ ਦਾ ਨਾਮ ਸੀ, ਗੁਰੂ ਕੇ ਮਹਿਲ ਜਿਹੜੇ ਹਨ ਉਹਨਾਂ ਦਾ ਨਾਮ ਸੀ ਰਾਮੋ ਜੀ। ਜਿਸ ਔਰ ਪਤਿਬ੍ਰਤ ਵਾਸਾ ਲਹੈ, ਜਿਨ੍ਹਾਂ ਦੇ ਮਨ ਦੇ ਵਿੱਚ ਪਤੀ ਵਰਤਾ ਧਰਮ ਨੇ ਵਾਸਾ ਕਰਨਾ ਕੀਤਾ। ਦਵੈ ਸੁਤ ਜਿਸ ਤੇ ਜਨਮਤ ਪਏ, ਉਹਨਾਂ ਤੋਂ ਅੱਗੇ ਸਤਿਗੁਰੂ ਮਹਾਰਾਜ ਜੀ ਬੰਸਾਵਲੀ ਦੱਸਦੇ ਹਨ, ਉਹਨਾਂ ਤੋਂ ਅੱਗੇ 2 ਸੁਤ 2 ਸਪੁੱਤਰਾਂ ਦਾ ਜਨਮ ਹੋਇਆ। ਮੋਹਨ ਨਾਮ ਮੋਹਰੀ ਥਏ, ਵੱਡੇ ਦਾ ਨਾਮ ਸੀ ਬਾਬਾ ਮੋਹਨ ਤੇ ਛੋਟੇ ਦਾ ਨਾਮ ਸੀ ਮੋਹਰੀ। ਉਪਜੀ ਸੁਤਾ ਨਾਮ ਜਿਸ ਭਾਨੀ, ਉਹਨਾਂ ਦੇ ਫਿਰ ਅੱਗੇ ਪਿਆਰਿਓ 2 ਬੱਚੀਆਂ ਵੀ ਸਨ। ਪਹਿਲੀ ਦਾ ਨਾਮ ਸੀ ਵੱਡੀ ਦਾ ਦਾਨੀ ਤੇ ਛੋਟੀ ਦਾ ਨਾਮ ਜਿਹੜਾ ਹੈ ਮਾਤ ਭਾਨੀ ਜੀ। ਅਪਰ ਨ ਪਿਖੀ ਹੈ ਜਾਹ ਸਮਾਨੀ। ਕਵੀ ਰਾਜ ਜੀ ਹੁਣ ਦੱਸਦੇ ਹਨ
ਬੀਬੀ ਭਾਨੀ ਜੀ ਦਾ ਉਹਨਾਂ ਨੇ ਨਾਮ ਕੋਟ ਕਰਨਾ ਕੀਤਾ ਤੇ ਕਿਹਾ ਉਹਨਾਂ ਦੇ ਸਮਾਨ ਕੋਈ ਦੂਜੀ ਨਹੀਂ ਹੈ। ਅਪਰਮਾਨ ਬਰਭਾਗ ਮਹਾਨਾ, ਜਿਨ੍ਹਾਂ ਦੇ ਪਿਆਰਿਓ ਅਪਰਮਾਨ ਬਹੁਤ ਵੱਡਾ ਜਿਨ੍ਹਾਂ ਦੇ ਭਾਗ ਹਨ। ਜਿਸ ਕੋ ਪਿਤਾ ਗੁਰੂ ਜਗ ਮਾਨਾ, ਜਿਸ ਕੋ ਪਿਤਾ ਗੁਰੂ ਜਗ ਮਾਨਾ, ਜਿਨ੍ਹਾਂ ਦੇ ਪਿਤਾ ਜਿਹੜੇ ਹਨ ਬੀਬੀ ਭਾਨੀ ਜੀ ਦੇ ਸਤਿਕਾਰਯੋਗ ਪਿਤਾ ਜੀ ਸਤਿਗੁਰੂ ਸਨ, ਭਾਵ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਪੁਨ ਭਰਤਾ ਨੇ ਗੁਰਤਾ ਪਾਈ, ਫਿਰ ਪਿਆਰਿਆ ਉਹਨਾਂ ਦੇ ਅੱਗੇ ਭਰਤਾ ਉਹਨਾਂ ਦੇ ਜੋ ਸਤਿਕਾਰਯੋਗ ਪਤੀ ਹੋਏ ਹਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਨੇ ਗੁਰਤਾ ਗੱਦੀ ਨੂੰ ਪ੍ਰਾਪਤ ਕਰਨਾ ਕੀਤਾ। ਜਿਨਹੁ ਉਧਾਰੇ ਨਰ ਸਮੁਦਾਇ, ਜਿਨ੍ਹਾਂ ਨੇ ਬਹੁਤ ਸਾਰੇ ਜੀਆਂ ਦਾ ਉਧਾਰ ਕਰਨਾ ਕੀਤਾ ਹੈ। ਪੁਨਹ ਜਗਤ ਕੋ ਗੁਰ ਸੁਤ ਭਇਓ, ਫਿਰ ਅੱਗੇ ਉਹਨਾਂ ਦੇ ਜਿਹੜੇ ਸੁਤ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹ ਗੁਰਤਾ ਗੱਦੀ ਦੇ ਮਾਲਕ ਹੋਏ। ਸੋ ਜਸ ਪ੍ਰਕਾਸ਼ ਦਸਹੂ ਦਿਸ਼ ਕਯੋ, ਉਹਨਾਂ ਨੇ ਫਿਰ ਗੁਰੂ ਘਰ ਦਾ ਸੁਜਸ ਜਿਹੜਾ ਹੈ ਦਸਾਂ ਦਿਸ਼ਾਵਾਂ ਦੇ ਵਿੱਚ ਕਰਨਾ ਕੀਤਾ। ਜਾਂ ਤੇ ਬਹੁ ਬੜ ਭਾਗਾ ਭਾਨੀ, ਇਸ ਕਰਕੇ ਪਿਆਰਿਓ ਬੀਬੀਆਂ ਦੇ ਵਿੱਚ ਗੁਰੂ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਸਭ ਤੋਂ ਵੱਡੇ ਵਡਭਾਗੇ ਜਿਹੜੇ ਹਨ ਬੀਬੀ ਭਾਨੀ ਜੀ ਹੋਏ ਹਨ। ਬਹੁਤ ਜ਼ਿਆਦੀ ਪਿਆਰਿਓ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਇਹਨਾਂ ਨੇ ਸੇਵਾ ਕਰਨੀ ਕੀਤੀ। ਜਦੋਂ ਇਤਿਹਾਸ ਆਵੇਗਾ ਉਸ ਵੇਲੇ ਆਪਾਂ ਨੇ ਸਰਵਣ ਕਰਨਾ। ਤੇ ਇੰਨੇ ਭਾਗਸ਼ਾਲੀ ਸਨ ਜਿਨ੍ਹਾਂ ਦੇ ਪਿਤਾ ਗੁਰੂ, ਜਿਨ੍ਹਾਂ ਦੇ ਪਤੀ ਗੁਰੂ, ਤੇ ਜਿਨ੍ਹਾਂ ਦੇ ਪੁੱਤ ਗੁਰੂ, ਜਿਨ੍ਹਾਂ ਦਾ ਪੋਤਰਾ ਗੁਰੂ, ਪੜ ਪੋਤਰਾ ਗੁਰੂ, ਤੇ ਅੱਗੇ ਜਿਹੜੇ ਲੱਕੜ ਪੋਤਰੇ ਹੋਏ ਉਹ ਵੀ ਪਿਆਰਿਓ ਗੁਰੂ ਹਨ। ਦੇਖੋ ਕਿੰਨੇ, ਜੇ ਗੁਰੂ ਦੇ ਨਾਲ ਇੱਕ ਵੀ ਰਿਸ਼ਤਾ ਜੁੜ ਜਾਵੇ ਤੇ ਆਪਾਂ ਵਡਭਾਗੀ ਉਹਨੂੰ ਕਹਿੰਦੇ ਆ ਕਿ ਭਾਈ ਇਹ ਗੁਰੂ ਮਾਤਾ ਹੈ, ਜਾਂ ਇਹ ਗੁਰੂ ਭੈਣ ਹੈ, ਜਾਂ ਇਹ ਗੁਰੂ ਕੇ ਮਹਿਲ ਹਨ। ਦੇਖੋ ਗੁਰੂ ਕੇ ਬੱਚੀ ਵੀ ਉਹਨਾਂ ਨੇ ਅਖਵਾਉਣਾ ਕੀਤਾ, ਪਿਤਾ ਜੀ ਵੀ ਗੁਰੂ ਸਨ, ਤੇ ਅੱਗੇ ਉਹਨਾਂ ਦੇ ਪਤੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹ ਵੀ ਗੁਰੂ, ਤੇ ਅੱਗੇ ਉਹਨਾਂ ਦੇ ਲੜਕੇ ਜਿਹੜੇ ਹੋਏ ਹਨ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਗੁਰੂ, ਤੇ ਉਹਨਾਂ ਦੇ ਪੋਤਰੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹ ਵੀ ਗੁਰੂ, ਤੇ ਅੱਗੇ ਪਿਆਰਿਓ ਉਹਨਾਂ ਦੇ ਜਿਹੜੇ ਹਨ ਪੜ ਪੋਤਰੇ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹ ਵੀ ਗੁਰੂ, ਉਹਨਾਂ ਦੇ ਲੱਕੜ ਪੋਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਵੀ ਗੁਰੂ। ਇਸ ਕਰਕੇ ਬਹੁਤ ਵੱਡੇ ਵਡਭਾਗੇ ਹਨ ਬੀਬੀ ਭਾਨੀ ਜੀ। ਜਹ ਕਹਿ ਪ੍ਰਗਟ ਨਾਮ ਜਗ ਜਾਨੀ, ਜਿੱਥੇ ਕਿਥੇ ਪਿਆਰਿਓ ਇਹਨਾਂ ਦਾ ਨਾਮ ਪ੍ਰਗਟ ਹੈ ਸੰਸਾਰ ਦੇ ਵਿੱਚ। ਸ੍ਰੀ ਗੁਰੂ ਅਮਰ ਪੁੱਤਰ ਬੜ ਮੋਹਨ, ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਵੱਡੇ ਜੋ ਪੁੱਤਰ ਹੋਏ ਉਹਨਾਂ ਦਾ ਨਾਮ ਹੈ ਮੋਹਨ। ਦੇਵ ਬਧੂ ਜਿਸ ਕਰਹਿ ਨ ਮੋਹਨ, ਉਹਨਾਂ ਨੂੰ ਮੋਹਿਤ ਨਹੀਂ ਕਰ ਸਕਦੀਆਂ ਅਪਸ਼ਰਾਵਾਂ ਆਦਿਕ। ਸਿਰ ਤੇ ਨਗਨ ਰਹਿ ਉਨਮਤ, ਸਦਾ ਪਿਆਰਿਓ ਅਲਮਸਤ ਅਵਸਥਾ ਦੇ ਵਿੱਚ ਰਹਿੰਦੇ ਸਨ। ਹਿਰਦੇ ਗਿਆਨ ਦ੍ਰਿੜ ਚੇਤਨ ਸਤ, ਹਿਰਦੇ ਦੇ ਵਿੱਚ ਗਿਆਨ ਹੈ, ਚੇਤਨ ਸਤਿਆ ਦ੍ਰਿੜ ਹੈ। ਕਬ ਜੁਗ ਹਾਥਨ ਕਰਹਿ ਆਹਾਰੇ, ਕਦੇ ਪਿਆਰਿਓ ਵਿਰਾਗਤ ਰਹਿੰਦੇ, ਪ੍ਰਸ਼ਾਦਾ ਹੀ ਨਹੀਂ ਛਕਦੇ ਕਈ ਦਿਨ। ਤੇ ਕਈ ਵਾਰੀ ਜਦੋਂ ਪ੍ਰਸ਼ਾਦਾ ਕੋਈ ਲਿਆ ਕਰਕੇ ਜਦੋਂ ਦਿੰਦਾ ਤੇ ਆਪਣੀ ਮੌਜ ਦੇ ਵਿੱਚ ਆ ਕਰਕੇ ਆਪਾਂ ਵੇਖਦੇ ਹਾਂ ਪਿਆਰਿਓ ਬੰਦਾ ਜਿਹੜਾ ਹੈ ਇੱਕ ਹੱਥ ਦੇ ਨਾਲ ਪ੍ਰਸ਼ਾਦਾ ਛਕਦਾ। ਜਿਹੜੇ ਪਿਆਰਿਓ ਲੈਫਟੀ ਹੁੰਦੇ ਹਨ ਜਿਨ੍ਹਾਂ ਦਾ ਦਾਇਨਾ ਹੱਥ ਉਹ ਜ਼ਿਆਦਾ ਕੰਮ ਕਰਦਾ ਤਾਂ ਉਹ ਹੱਥ ਦੇ ਨਾਲ ਛਕਦੇ, ਜ਼ਿਆਦਾ ਕਰਤਾ ਆਪਾਂ ਸਿੱਧੇ ਹੱਥ ਨਾਲ ਛਕਦੇ ਆ। ਤੇ ਬਾਬਾ ਜੀ ਕੀ ਕਰਿਆ ਕਰਦੇ, ਮੌਜ ਦੇ ਵਿੱਚ ਆ ਕਰਕੇ ਕਦੇ ਕਦੇ ਤਾਂ ਛਕਣਾ ਹੀ ਨਹੀਂ, ਕਈ ਦਿਨ ਲੰਘ ਜਾਂਦੇ। ਕਦੇ ਕੋਈ ਲਿਆ ਕਰਕੇ ਜਦੋਂ ਮੌਜ ਦੇ ਵਿੱਚ ਆ ਜਾਵੇ ਪ੍ਰਸ਼ਾਦਾ ਛਕਣਾ, ਦੋਵੇਂ ਹੱਥਾਂ ਤੋਂ, ਇਹ ਹੱਥ ਤੋਂ ਵੀ ਬੁਰਕੀ ਲੈਣਾ, ਦੂਜੇ ਹੱਥ ਤੋਂ ਵੀ ਕੌੜ ਜਿਹੜਾ ਮੂੰਹ ਦੇ ਵਿੱਚ ਪਾਇਆ ਕਰਦੇ। ਰਹਿ ਇਕਾਂਤ ਏਕ ਚੌਬਾਰੇ, ਤੇ ਇੱਕ ਚੁਬਾਰਾ ਜਿਹੜਾ ਹੈ ਬਾਬਾ ਮੋਹਨ ਜੀ ਦਾ ਚੁਬਾਰਾ ਅੱਜ ਵੀ ਪਿਆਰਿਓ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਉਹ ਚੁਬਾਰਾ ਮੌਜੂਦ ਹੈ, ਗੁਰਦੁਆਰਾ ਸਥਾਨ ਮੌਜੂਦ ਹੈ। ਉਹ ਚੁਬਾਰੇ ਦੀ ਗੜੀ ਦੇ ਵਿੱਚ ਖੜ ਕਰਕੇ ਸ੍ਰੀ ਗੁਰੂ ਅੰਗਦ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਨਾ ਕੀਤਾ, ਮੋਹਨ ਤੇਰੇ ਉੱਚੇ ਮੰਦਰ ਬਚਨ ਰਸਾਲਾ। ਇਹ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਉਚਾਰਨ ਕੀਤਾ ਹੈ। ਨਮਰ ਭਇਓ ਨਹਿ ਕਿਸਹਿ ਅਗਾਰੀ, ਕਿਤੇ ਵੀ ਅੱਗੇ ਪਿਆਰਿਓ ਨਿਮਰਤਾ ਦੇ ਵਿੱਚ ਨਹੀਂ, ਭਾਵ ਕਿ ਆਪਣੇ ਅਵਸਥਾ ਦੇ ਵਿੱਚ ਰੰਗ ਦੇ ਵਿੱਚ ਰਹਿੰਦੇ ਸਨ। ਕਿਤੇ ਅੱਗੇ
ਕਾਨ ਕਨੌੜ ਨਹੀਂ ਕਰਨਾ, ਝੁਕਣਾ ਨਹੀਂ ਹੈ, ਭਾਵ ਕਿ ਸਦਾ ਪਰਮਾਤਮਾ ਦੇ ਰਸ ਦੇ ਵਿੱਚ ਰਿਹਾ ਕਰਦੇ। ਅਹੰ ਬ੍ਰਹਮ ਉਰਮਹਿ ਦਿੜ ਭਾਰੀ, ਜਿਨ੍ਹਾਂ ਦੇ ਮਨ ਦੇ ਵਿੱਚ ਗਿਆਨ ਅਹੰ ਬ੍ਰਹਮਾਸਮੀ, ਇਹ ਗਿਆਨ ਜਿਨ੍ਹਾਂ ਦੇ ਮਨ ਦੇ ਵਿੱਚ ਦ੍ਰਿੜ ਹੋਇਆ ਹੈ। ਅਨੁਜ ਮੋਹਰੀ ਸੁਮਤ ਮਹਾਨੇ, ਛੋਟੇ ਜਿਹੜੇ ਹਨ ਬਾਬਾ ਮੋਰੀ ਜੀ ਹਨ ਜੋ ਬਹੁਤ ਸੁਮਤਵੰਤ ਹਨ। ਪਿਤਾ ਬਾਕ ਸਾਦਰ ਜਿਨ ਮਾਨੇ, ਜਿਨ੍ਹਾਂ ਨੇ ਪਿਤਾ ਜੀ ਦਾ ਬਚਨ ਵੀ ਮੰਨਣਾ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਪਿਆਰਿਓ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਦੇ ਦਿੱਤੀ ਤੇ ਬਚਨ ਕੀਤਾ। ਬਾਬਾ ਮੋਹਨ ਜੀ ਨੂੰ ਵੀ ਕਿਹਾ ਸੀ ਕਿ ਬੇਟਾ ਆਓ ਇਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਣਾ ਕਰੋ। ਉਹਨਾਂ ਨੇ ਇਨਕਾਰ ਕਰ ਦਿੱਤਾ, ਲੇਕਿਨ ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸੈ ਪੈਰੀ ਪਾਏ ਜੀਓ। ਬਾਬਾ ਮੋਹਰੀ ਜੀ ਉਹਨਾਂ ਨੇ ਆ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨ ਸਪਰਸ਼ ਕਰਨੇ ਕੀਤੇ। ਦੋਹਰਾ ਜਗ ਸਾਗਰ ਕੋ ਤਾਰਬੇ, ਸਗਰੀ ਸੰਗਤ ਪਾਰ, ਜਗਤ ਸੰਸਾਰ ਰੂਪੀ ਜਗ ਸਾਗਰ ਕੋ ਤਾਰਬੇ, ਭਾਵ ਕਿ ਸੰਸਾਰ ਸਾਗਰ ਨੂੰ ਤਾਰਨ ਵਾਸਤੇ ਸਾਰੀ ਸੰਗਤ ਦਾ ਪਾਰ ਉਤਾਰਾ ਕੀਤਾ। ਭਇਓ ਮੋਹਰੀ ਠਾਨ ਮਹਾ ਉਪਕਾਰ, ਤੇ ਬਾਬਾ ਮੋਰੀ ਜੀ ਸਾਰਿਆਂ ਤੋਂ ਮੋਹਰੀ ਹੋਏ ਹਨ, ਸਾਰਿਆਂ ਤੋਂ ਸ਼੍ਰੇਸ਼ਟ ਉਹ ਹੋਏ। ਚੌਪਈ ਦਵੈ ਬਿੰਸਤ ਸੰਮਤ ਵੈ ਇਕ ਰਸ, ਤੇ ਦਵੈ ਬਿੰਸਤ ਸੰਮਤ ਹੋਇ ਇੱਕ ਰਸ, ਦੋ ਤੇ ਪਿਆਰਿਓ 20, ਭਾਵ ਕਿ 22 ਸਾਲ। ਪੰਚ ਮਾਸ ਅਰ ਦਿਵਸ ਇਕਾਦਸ਼, ਤੇ 5 ਮਾਸ ਤੇ ਇਕਾਦਸ਼, ਭਾਵ ਕਿ 11 ਦਿਨ, 5 ਮਹੀਨੇ 11 ਦਿਨ। ਗੁਰਤਾ ਗਾਦੀ ਕੀਨ ਆਬਾਦੀ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ 22 ਸਾਲ 5 ਮਹੀਨੇ ਤੇ 11 ਦਿਨ ਗੁਰਤਾ ਗੱਦੀ ਭੋਗਨਾ ਕੀਤਾ। ਗਨ ਉਰਦਈ ਗਿਆਨ ਕੀ ਸ਼ਾਦੀ, ਬਹੁਤ ਸਾਰੇ ਜੀਵਾਂ ਨੂੰ ਗਿਆਨ ਦਾ ਸੁਖ ਉਹਨਾਂ ਨੇ ਦਿੱਤਾ ਹੈ। 16 ਸਤ 31 ਫੇਰ, ਤੇ ਫਿਰ ਪਿਆਰਿਓ ਸੰਮਤ 1631 ਦੇ ਵਿੱਚ ਭਾਦੋ ਸੁਦੀ ਪੂਰਨਮਾ ਹੇਰ, ਤੇ ਭਾਦਰੋਂ ਦੀ ਪਿਆਰਿਓ ਪੂਰਨਮਾਸ਼ੀ ਜਿਹੜੀ ਹੈ ਸੁਦੀ ਦੇ ਵਿੱਚ ਤਨ ਕੋ ਤਜ ਬੈਕੁੰਠ ਸਿਧਾਰੇ, ਆਪਣੇ ਤਨ ਦਾ ਤਿਆਗ ਕਰਕੇ ਬੈਕੁੰਠ ਗਮਨ ਕਰਨਾ ਕੀਤਾ। ਹਮਸੇ ਜਿਨ ਬਹੁ ਪਤਿਤ ਉਧਾਰੇ, ਤੇ ਇੱਥੇ ਕਵੀ ਰਾਜੀ ਕਹਿੰਦੇ ਹਨ ਤੇ ਨਾਲ ਪਿਆਰਿਓ ਬਾਬਾ ਰਾਮ ਕੁਵਰ ਜੀ ਵੀ ਬਚਨ ਕਰਨੇ ਕੀਤਾ। ਉਹ ਬਚਨ ਕਰਿਆ ਕਰਦੇ, ਕਹਿੰਦੇ ਬਣ ਕੇ ਆਇਆ। ਜੋ ਆਪਾਂ ਇਤਿਹਾਸ ਇਹ ਤੀਜੇ ਪਾਤਸ਼ਾਹ ਜੀ ਦਾ ਕਰ ਰਹੇ ਹਾਂ, ਸਰਵਣ ਕਰ ਰਹੇ ਹਾਂ। ਅੱਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਭਲੇ ਸਤਿਗੁਰੂ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ। 100 ਖਸ਼ਟ ਬਰਖ ਬੈ ਲਹੀ, ਉਹਨਾਂ ਦੇ ਸਰੀਰ ਦੀ ਆਰਬਲਾ ਜਿਹੜੀ ਹੈ 106 ਸਾਲ ਦੀ ਪੂਰੀ ਆਰਬਲਾ ਬਣਦੀ ਹੈ। ਸੰਮਤ ਖਸ਼ਟ ਔਰ ਥੀ ਰਹੀ, ਤੇ ਔਰ ਪਿਆਰਿਓ 6 ਸਾਲ ਉਹਨਾਂ ਦੇ ਰਹਿੰਦੇ ਸਨ। ਤੇ ਇਹ ਵੀ ਪਿਆਰਿਓ ਬਹੁਤ ਰੌਚਕ ਕਥਾ ਹੈ, ਬਹੁਤ ਵਿਸਮਿਤ ਕਰਨ ਵਾਲੀ ਕਥਾ ਹੈ। ਇੱਥੇ ਜੋ ਕਵੀ ਰਾਜ ਜੀ ਨੇ ਬਚਨ ਕੀਤਾ, ਉਹਨਾਂ ਨੇ ਤਾਂ ਪਿਆਰਿਓ ਸਿੱਧਾ ਇੱਕ ਇਸ਼ਾਰਾ ਕੀਤਾ ਹੈ। ਆਪਾਂ ਸੰਖੇਪ ਦੇ ਵਿੱਚ ਉਹ ਕਥਾ ਨੂੰ ਵੀ ਸਰਵਣ ਕਰਨਾ ਹੈ। ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿੱਥੇ ਪਿਆਰਿਓ ਬੌਲੀ ਸਾਹਿਬ ਜਿਹੜਾ ਹੈ, ਉਸ ਅਸਥਾਨ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਵੀ ਪਿਆਰਿਓ ਜੋ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਥੜਾ ਸਾਹਿਬ ਬਣਾਉਣਾ ਕੀਤਾ, ਉੱਥੇ ਬੈਠ ਕਰਕੇ ਉੱਥੇ ਇੱਕ ਸਤਿਗੁਰੂ ਮਹਾਰਾਜ ਪਾਲਕੀ ਬਣਾ ਕਰਕੇ, ਪਾਲਕੀ ਸਾਹਿਬ ਰੱਖ ਕਰਕੇ ਉਹਦੇ ਉੱਤੇ ਚੌਰੰਗ ਜਿਹੜਾ ਆਪਾਂ ਚੌਪਾਈ ਜਿਹਨੂੰ ਬੋਲਦੇ ਆ, ਉਹਦੇ ਉੱਤੇ ਬੈਠ ਕਰਕੇ ਸਤਿਗੁਰੂ ਮਹਾਰਾਜ ਧਿਆਨ ਲਾਉਂਦੇ ਸਨ, ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਸਨ। ਤੇ ਬੀਬੀ ਭਾਨੀ ਜੀ ਔਰ ਰੋਜ਼ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਿਆ ਕਰਦੇ, ਪਿਤਾ ਸਤਿਗੁਰੂ ਮਹਾਰਾਜ ਜੀ ਦੀ। ਤੇ ਇੱਕ ਦਿਨ ਇਸ਼ਨਾਨ ਕਰਕੇ ਸਤਿਗੁਰੂ ਮਹਾਰਾਜ ਬੈਠੇ ਹੋਏ ਤੇ ਬੀਬੀ ਭਾਨੀ ਜੀ ਦਾ ਧਿਆਨ ਪਿਆਰਿਓ ਉਹ ਚੌਪਾਈ ਦੇ ਉੱਤੇ ਪੈ ਗਿਆ, ਜਿਹਦੇ 3 ਪੈਰ ਸਨ ਤੇ ਇੱਕ ਪੈਰ ਜਿਹੜਾ ਸੀ ਟੁੱਟ ਗਿਆ ਸੀ ਕਿਸੇ ਕਾਰਨ ਕਰਕੇ। ਸਤਿਗੁਰੂ ਮਹਾਰਾਜ ਤਾਂ ਬੈਠ ਗਏ। ਬੀਬੀ ਭਾਨੀ ਜੀ ਦੇ ਮਨ ਵਿੱਚ ਆਇਆ ਕਿ ਜੇ ਸਤਿਗੁਰੂ ਮਹਾਰਾਜ ਜਦੋਂ ਸਮਾਧੀ ਤੋਂ ਉਪਰਾਮ ਹੋਣਗੇ, ਧਿਆਨ ਤੋਂ ਉਪਰਾਮ ਹੋਣਗੇ, ਇੱਕਦਮ ਜਦੋਂ ਸਰੀਰ ਦੇ ਵਿੱਚ ਹਲਚਲ ਹੋਵੇਗੀ, ਕਿਉਂਕਿ 3 ਪੈਰ ਦੇ ਉੱਤੇ ਪਿਆਰਿਓ ਚੌਪਾਈ ਨਹੀਂ ਟਿਕਦੀ ਹੈ, ਉਹਦਾ ਬੈਲੈਂਸ ਆਊਟ ਹੋ ਜਾਂਦਾ ਤੇ ਇਹਦੇ ਨਾਲ ਸਤਿਗੁਰੂ ਮਹਾਰਾਜ ਗਿਰ ਸਕਦੇ, ਮਹਾਰਾਜ ਜੀ ਨੂੰ ਸੱਟ ਵੀ ਵੱਜ ਸਕਦੀ। ਤੇ ਬੀਬੀ ਭਾਨੀ ਜੀ ਗਏ
ਤੇ ਜਾ ਕਰਕੇ ਮਨ ਦੇ ਵਿੱਚ ਇਹ ਵੀ ਖਿਆਲ ਆਇਆ, ਜੇ ਮੈਂ ਮਹਾਰਾਜ ਜੀ ਨੂੰ ਬੇਨਤੀ ਕਰਦੀਆਂ ਕਹਿੰਦੀਆਂ ਕਿ ਸਤਿਗੁਰੂ ਮਹਾਰਾਜ ਉੱਠ ਜਾਓ, ਦੂਜੀ ਮੈਂ ਚੌਪਾਈ ਲੈ ਕੇ ਆਉਂਦੀਆਂ ਉਹਦੇ ਉੱਤੇ ਆਪ ਜੀ ਬੈਠ ਜਾਓ, ਤੇ ਹੋ ਸਕਦਾ ਮਹਾਰਾਜ ਜੀ ਬਿਰਤੀ ਦੇ ਨਾਲ ਕਿੱਥੇ ਪਹੁੰਚੇ ਹੋਏ ਹੋਣਗੇ, ਮਹਾਰਾਜ ਜੀ ਦੀ ਬਿਰਤੀ ਟੁੱਟ ਜਾਵੇਗੀ, ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਧਿਆਨ ਟੁੱਟ ਜਾਵੇਗਾ, ਤੇ ਇਹਦੇ ਨਾਲ ਬੜੀ ਅਵਗਿਆ ਹੋ ਸਕਦੀ ਹੈ। ਤੇ ਇਸ ਕਾਰਨ ਨੂੰ ਕਰਦਿਆਂ ਵੇਖ ਕਰਕੇ ਬੀਬੀ ਭਾਨੀ ਜੀ ਨੇ ਆਪ ਫਿਰ ਆ ਕਰਕੇ ਪਿਆਰਿਓ ਆਪਣਾ ਮੋਢਾ ਜਿਹੜਾ ਹੈ ਉਹ ਥੱਲੇ ਲਾ ਦਿੱਤਾ, ਉੱਥੇ ਹੀ ਬੈਠ ਗਏ। ਜਦੋਂ ਉਹਦੇ ਉੱਤੇ ਭਾਰ ਪੈ ਗਿਆ ਤੇ ਲੱਕੜ ਜਿਹੜੀ ਪਿਆਰਿਓ ਉਹਨਾਂ ਦੇ ਪੈਰ ਦੇ ਵਿੱਚ ਖੁੱਭ ਗਈ, ਉਹਦੇ ਵਿੱਚੋਂ ਲਹੂ ਜਿਹੜਾ ਸਿਮ ਕੇ ਆਇਆ। ਜਦੋਂ ਸਤਿਗੁਰੂ ਮਹਾਰਾਜ ਜੀ ਸਮਾਧੀ ਤੋਂ ਉਪਰਾਮ ਹੋਏ, ਕੀ ਤੱਕਦੇ ਹਨ ਬੀਬੀ ਭਾਨੀ ਜੀ ਨਾਲ ਬੈਠੇ ਹੋਏ। ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ, ਬੇਟਾ ਕਿਉਂ ਆਪ ਜੀ ਬੈਠੇ ਹੋਏ ਹੋ? ਤੇ ਨਾਲ ਜਦੋਂ ਵੇਖਿਆ ਲਹੂ ਪਿਆਰਿਓ ਸਿਮ ਕੇ ਆਇਆ, ਪੂਰਾ ਉਹਨਾਂ ਦਾ ਕੱਪੜਾ ਜਿਹੜਾ ਲਹੂ ਦੇ ਨਾਲ ਭਿੱਜ ਗਿਆ। ਮਹਾਰਾਜ ਜੀ ਨੇ ਜਦੋਂ ਕਾਰਨ ਪੁੱਛਿਆ ਤੇ ਬੀਬੀ ਭਾਨੀ ਜੀ ਨੇ ਇਹ ਜਦੋਂ ਬਚਨ ਕੀਤਾ ਕਿ ਇਹ ਕਾਰਨ ਸੀ, ਇਸ ਕਰਕੇ ਮੈਨੇ ਆਪਣਾ ਮੋਢਾ ਜਿਹੜਾ ਇਹ ਹੇਠ ਲਾ ਦਿੱਤਾ। ਤੇ ਇੱਕਦਮ ਸਤਿਗੁਰੂ ਮਹਾਰਾਜ ਜੀ ਦੀ ਨਿਗਾਹ ਪਿਆਰਿਓ ਤੇ ਬੀਬੀ ਭਾਨੀ ਜੀ ਦੇ ਮੁਖ ਮਸਤਕ ਦੇ ਉੱਤੇ ਪੈ ਗਈ। ਤੇ ਵੇਖ ਕਰਕੇ ਫਿਰ ਅਚਨਚੇਤ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਕਿਹਾ ਬੇਟਾ ਕਿ ਜੇ ਆਪ ਜੀ ਦੇ ਸੁਹਾਗ ਭਾਗ ਜੋ ਹਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਹਾਲੇ ਗੁਰਤਾ ਗੱਦੀ ਦੀ ਪ੍ਰਾਪਤੀ ਨਹੀਂ ਹੋਈ ਸੀ, ਕਿਹਾ ਕਿ ਜੇ ਉਹ ਚਲਾਣਾ ਕਰ ਜਾਣ, ਆਪਣੇ ਤਨ ਦਾ ਤਿਆਗ ਕਰ ਦੇਣਗੇ ਤੇ ਤੁਸਾਂ ਨੇ ਕੀ ਕਰਨਾ ਹੈ। ਤੇ ਉਸੇ ਵੇਲੇ ਬੀਬੀ ਭਾਨੀ ਜੀ ਨੇ ਆਪਣਾ ਹਾਰ ਸ਼ਿੰਗਾਰ ਲਾ ਕਰਕੇ ਸਾਦੇ ਜੇ ਵਸਤਰ ਪਾ ਕਰਕੇ ਉਹਨਾਂ ਨੇ ਬਚਨ ਕੀਤਾ, ਕਿਹਾ ਕਿ ਪਿਤਾ ਜੀ ਤੇ ਮੈਨੇ ਰੱਬ ਦਾ ਭਾਣਾ ਜਿਹੜਾ ਮਿੱਠਾ ਕਰਕੇ ਮੰਨਣਾ ਹੈ, ਸਾਦਗੀ ਦੇ ਨਾਲ ਆਪਣੀ ਰਹਿੰਦੀ ਜ਼ਿੰਦਗੀ ਜਿਹੜੀ ਹੈ ਉਹਨੂੰ ਮੈਨੇ ਬਤੀਤ ਕਰਨਾ, ਗੁਰੂ ਘਰ ਦੇ ਨਾਲ ਰਹਿ ਕਰਕੇ ਮੈਨੇ ਆਪਣਾ ਸਾਰਾ ਜੀਵਨ ਸਮਰਪਿਤ ਕਰ ਦੇਣਾ। ਉਹਨਾਂ ਦੀ ਤਿਆਗ ਦੀ ਭਾਵਨਾ ਤੇ ਉਹਨਾਂ ਦੇ ਭਾਣਾ ਮੰਨਣ ਦੀ ਇਹ ਭਾਵਨਾ ਵੇਖ ਕਰਕੇ ਸਤਿਗੁਰੂ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਹੋਏ। ਇਹ ਸਾਲ 11 ਮਹੀਨੇ 18 ਦਿਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਅਰਪਣ ਕਰ ਦਿੱਤੇ। ਗੁਰਤਾ ਸਹਿਤ ਦਈ ਹਰ ਖਾਏ, ਗੁਰਤਾ ਗੱਦੀ ਵੀ ਦੇ ਦਿੱਤੀ ਤੇ ਆਪਣੇ ਜੀਵਨ ਦੇ ਰਹਿੰਦੇ 6 ਸਾਲ ਉਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਨਾਲ ਹੀ ਦੇ ਦਿੱਤੇ। ਜੇ ਸਤਿਗੁਰੂ ਮਹਾਰਾਜ ਜੀ ਨਹੀਂ ਦਿੰਦੇ ਤਾਂ ਪਿਆਰਿਓ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਹੋ ਸਕਦਾ ਆਪਾਂ ਇੱਕ ਅਨੁਮਾਨ ਹੀ ਲਾ ਰਹੇ ਹਾਂ, ਉਹ ਗੁਰਤਾ ਗੱਦੀ ਤੇ ਉੱਤੇ ਸ਼ੁਭਾਇਮਾਨ ਨਹੀਂ ਹੋ ਸਕਦੇ ਸਨ। ਉਸੇ ਵੇਲੇ ਉਹਨਾਂ ਨੇ ਭਾਣਾ ਵਰਤਾ ਦੇਣਾ ਸੀ। ਸ੍ਰੀ ਗੁਰੂ ਰਾਮਦਾਸ ਬੈਠਾ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸਤਿਗੁਰੂ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਬਿਠਾਉਣਾ ਕੀਤਾ। ਲਵਪੁਰ ਮਹਿ ਛਤਰੀ ਹਰਦਾਸ। ਹੁਣ ਕਵੀ ਰਾਜ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਵੇਰਵਾ ਦੱਸਦੇ ਹਨ। ਲਾਹੌਰ ਦੇ ਵਿੱਚ ਜੋ ਛਤਰੀ ਹਨ ਬਾਬਾ ਹਰਦਾਸ ਜੀ, ਮਹਾਸ਼ੁਸ਼ੀਲ ਸੁਕ੍ਰਿਤਨ ਰਾਸ, ਬਹੁਤ ਮਹਾਸ਼ੁਸ਼ੀਲ ਹਨ, ਸ਼੍ਰੇਸ਼ਟ ਕੰਮ ਕਰਨ ਵਾਲੇ। ਖੇਮ ਕੁਵਰ ਜਿਸਕੇ ਕਰਦਾਰਾ, ਜਿਨ੍ਹਾਂ ਦੇ ਘਰ ਵਾਲੀ ਦਾ ਨਾਮ ਹੈ ਮਾਤਾ ਖੇਮ ਕੁਵਰ ਜੀ। ਹਿਤ ਕਰ ਨਿਤ ਪ੍ਰਤਿਬਤ ਪ੍ਰਤਪਾਰਾ, ਜਿਨ੍ਹਾਂ ਨੇ ਹਿਤ ਦੇ ਨਾਲ ਪ੍ਰਤੀਬਰਤਾ ਧਰਮ ਨੂੰ ਪਾਲਣਾ ਕੀਤਾ। ਤਿਨ ਤੇ ਉਤਪਤ ਭਏ ਸੁਨੰਦ, ਉਹਨਾਂ ਤੋਂ ਉਤਪਤ ਜਿਹੜੇ ਨੰਦ ਹੋਏ, ਜਿਹੜੇ ਸਪੁੱਤਰ ਹੋਏ। ਸ੍ਰੀ ਗੁਰੂ ਰਾਮਦਾਸ ਕੁਲਚੰਦ, ਤੇ ਕੁਲ ਦੇ ਚੰਦ ਬਣ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੰਸਾਰ ਦੇ ਵਿੱਚ ਪ੍ਰਗਟ ਹੋਏ ਹਨ ਲਾਹੌਰ ਦੇ ਵਿੱਚ। ਭਏ ਜੋ ਕੁਲ ਭੱਲਿਅਨ ਕੇ ਪੂਖਨ, ਤੇ ਫਿਰ ਜਿਹੜੇ ਭੱਲਿਆਂ ਦੇ ਕੁਲ ਭੂਖਣ ਜਿਹੜੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਹਨ। ਭਾਨੀ ਤਿਨ ਕੇ ਸੁਤਾ ਅਦੂਖਨ, ਤੇ ਜਿਨ੍ਹਾਂ ਦੀ ਸਪੁੱਤਰੀ ਜਿਹੜੀ ਹੈ ਉਹਨਾਂ ਦਾ ਨਾਮ ਸੀ ਬੀਬੀ ਭਾਨੀ ਜੀ। ਤੇ ਉਹਨਾਂ ਦਾ ਪਿਆਰਿਓ ਸ਼ੁਭ ਵਿਵਾਹ ਕਾਰਜ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲ ਹੋ ਗਿਆ। ਸੋਢੀ ਬੰਸ ਚੰਦ ਕੋ ਵਿਆਹੀ, ਤੇ ਸੋਢੀ ਬੰਸ ਦੇ ਚੰਦ ਸਰੂਪ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲ ਉਹਨਾਂ ਦਾ ਵਿਵਾਹ ਕਾਰਜ ਹੋਇਆ। ਰਹੀ ਜੋ ਬਹੁ ਪਿਤ ਕੇ ਢਿਗ ਚਾਹੀ, ਤੇ ਉਹਨਾਂ ਨੇ ਪਿਤਾ ਦੇ ਘਰ ਦੇ ਵਿੱਚ ਹੀ ਗੁਰੂ ਘਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਹੀ ਰਹਿ ਕਰਕੇ
ਸੇਵਾਵਾਂ ਨਿਭਾਉਣੀਆਂ ਕੀਤੀਆਂ। ਗੋਇੰਦਵਾਲਪੁਰੀ ਬਖਿਆਤੀ ਜੋ ਗੋਇੰਦਵਾਲ ਗੋਬਿੰਦਪੁਰੀ ਸਮ ਜਲਿਆਨ ਤੀਰ ਵਿਪਾਸ ਬਨਾਇਓ। ਇਹੋ ਜੀ ਜੋ ਪਾਵਨ ਨਗਰੀ ਹੈ, ਤਹਾਂ ਬਸਤ ਬੀਤੇ ਦਿਨ ਰਾਤੀ। ਉਥੇ ਦਿਨ ਰਾਤ ਰਹਿ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸੇਵਾ ਦੇ ਵਿੱਚ ਆਪਣਾ ਸਮਾਂ ਬਤੀਤ ਕਰਨਾ ਕੀਤਾ। ਤੀਨ ਪੁੱਤਰ ਉਪਜੇ ਤਿਨ ਕੇ, ਉਹਨਾਂ ਤੋਂ ਅੱਗੇ ਉਹਨਾਂ ਦੇ 3 ਪੁੱਤਰ ਜਿਹੜੇ ਹਨ ਉਹਨਾਂ ਦਾ ਜਨਮ ਹੋਇਆ ਹੈ। ਸ਼੍ਰੀ ਅਰਜਨ ਪ੍ਰਿਥਿਆ ਸੁ ਵਡੇਰੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਭ ਤੋਂ ਛੋਟੇ, ਸਭ ਤੋਂ ਵੱਡੇ ਦਾ ਨਾਮ ਹੈ ਪ੍ਰਿਥਿਆ। ਤ੍ਰਿਤੀਏ ਮਹਾਦੇਵ ਜਿਹ ਨਾਮ। ਜਿਹੜੇ ਵਿਚਕਾਰਲੇ ਹੋਏ ਉਹਨਾਂ ਦਾ ਨਾਮ ਹੈ ਬਾਬਾ ਮਹਾਦੇਵ ਜੀ। ਮਹਾ ਗੰਭੀਰ ਧੀਰ ਅਭਿਰਾਮ। ਇਹ ਵੀ ਬਹੁਤ ਮਸਤ ਰਹਿੰਦੇ ਸਨ, ਮਹਾ ਗੰਭੀਰ ਧੀਰਜ ਧਾਰੀ ਪੁਰਸ਼ ਸਨ। ਸ਼੍ਰੀ ਗੁਰੂ ਰਾਮਦਾਸ ਜਗ ਭਾਇਓ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਗ ਭਾਇਓ। ਜਦੋਂ ਜਗਤ ਦੇ ਵਿੱਚ ਗੁਣ ਅਨੇਕ ਜੁਤ ਤਖਤ ਸੁਹਾਇਓ। ਜਦੋਂ ਅਨੇਕ ਗੁਣਾ ਦੇ ਨਾਲ ਤਖਤ ਦੇ ਉੱਤੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸ਼ੁਭਾਏਮਾਨ ਹੋਏ। ਸੰਮਤ ਖਸ਼ਟ ਇਕਾਦਸ ਮਾਸ। ਸੰਮਤ ਖਸ਼ਟ ਭਾਵ ਕੇ ਸੰਮਤ 1681 ਦਿਵਸ ਅਸ਼ਟਦਸ ਸ਼੍ਰੀ ਸੁਖਰਾਸ। ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਇੱਥੇ ਜੋ ਦਾਸ ਨੇ ਬੇਨਤੀ ਕੀਤੀ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਰਹਿੰਦੀ ਆਰਬਲਾ ਜਿਹੜੀ ਹੈ 6 ਸਾਲ 11 ਮਹੀਨੇ ਤੇ 18 ਦਿਨ ਇਹ ਗੁਰਤਾ ਗੱਦੀ ਅਰਪਣ ਕਰਨਾ ਕੀਤਾ ਤੇ ਨਾਲ ਆਪਣੀ ਆਰਬਲਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਦੇ ਕਰਕੇ ਅੱਜ ਦੇ ਦਿਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਭਾਣਾ ਵਰਤਾ ਦਿੱਤਾ। ਜੋਤੀ ਜੋਤ ਸਮਾ ਗਏ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਛਾਤ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ 6 ਸਾਲ 11 ਮਹੀਨੇ ਤੇ 18 ਦਿਨ ਗੁਰਤਾ ਗੱਦੀ ਭੋਗਨਾ ਕੀਤਾ। ਇਹ ਆਰਬਲਾ ਵੀ ਦਿੱਤੀ ਸੀ, 19 ਆਰਬਲਾ ਆਪਣੀ ਨਾ ਵਰਤਾ ਦਿੱਤਾ। ਗੁਰਤਾ ਗਾਦੀ ਪਰ ਥਿਤ ਰਹੇ। ਤੇ ਗੁਰਤਾ ਗੱਦੀ ਦੇ ਉੱਤੇ ਉਹ ਸ਼ੁਭਾਏਮਾਨ ਰਹੇ ਹਨ। ਜਿਨ ਤੇ ਅਨੇਕ ਦਾਸ ਗਤ ਲਹੇ। ਜਿਨ੍ਹਾਂ ਤੋਂ ਅਨੇਕ ਦਾਸਾਂ ਦੀ ਸ਼ੁਭ ਗਤੀ ਹੋਈ ਹੈ। 16 7 38 ਸਾਲ ਤੇ 1638 ਦੇ ਵਿੱਚ ਭਾਦੋਂ ਸੁਦੀ ਤੀਜ ਗੁਰ ਦਇਆਲ। ਭਾਦਰੋਂ ਦੀ ਤੀਜ ਵਾਲੀ ਸੁਦੀ ਦੇ ਦਿਨ ਤਜ ਸ਼ਰੀਰ ਬੈਕੁੰਠ ਪਧਾਰੇ। ਆਪਣੇ ਸਰੀਰ ਦਾ ਤਿਆਗ ਕਰਕੇ ਪ੍ਰਭਪੁਰ ਪਿਆਨਾ ਕਰਨਾ ਕੀਤਾ। ਸ੍ਰੀ ਅਰਜਨ ਜੀ ਤਖਤ ਬਿਠਾਰੇ। ਆਪਣੇ ਨਿਜ ਅਸਥਾਨ ਤਖਤ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ੁਭਾਏਮਾਨ ਕੀਤਾ। ਪੁਨ ਸੋਢਿਨ ਕੁਲ ਮਹਿ ਗੁਰਿਆਈ। ਫਿਰ ਉਹ ਤੋਂ ਬਾਅਦ ਪਿਆਰਿਓ ਇਹ ਵਰ ਵੀ ਜਿਹੜਾ ਬੀਬੀ ਭਾਨੀ ਜੀ ਨੂੰ ਪ੍ਰਾਪਤ ਹੋਇਆ। ਜਾਣ ਨਾ ਦੇਸਾ ਸੋਢੀਓ ਹੋਰਸ ਅਜਰ ਨਾ ਜਰੀਆ ਜਾਵੈ, ਘਰ ਹੀ ਕੀ ਵਤ ਘਰੈ ਰਹਾਵੈ। ਭਾਈ ਗੁਰਦਾਸ ਸਾਹਿਬ ਜੀ ਨੇ ਜੋ ਇਹ ਬਚਨ ਕਰਨਾ ਕੀਤਾ, ਹਵਾਲਾ ਦਿੱਤਾ। ਚੌਥੇ ਪਾਤਸ਼ਾਹ ਜੀ ਤੱਕ ਪਿਆਰਿਓ ਗੁਰਤਾ ਗੱਦੀ ਜਿਹੜੀ ਹੈ ਵੱਖ-ਵੱਖ ਜਾਮਿਆਂ ਦੇ ਵਿੱਚ ਵੱਖ-ਵੱਖ ਕੁਲਾਂ ਦੇ ਵਿੱਚ ਆਈ, ਲੇਕਿਨ ਚੌਥੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਾਅਦ ਗੁਰਤਾ ਗੱਦੀ ਜਿਹੜੀ ਹੈ ਸੋਢੀ ਵੰਸ਼ ਦੇ ਵਿੱਚ ਹੀ ਰਹੀ। ਹੋਤ ਪਈ ਗੁਰ ਦਸਵੇਂ ਤਾਈ। ਇਸ ਤਰ੍ਹਾਂ ਕਰਦੇ ਕਰਦੇ ਸੋਢੀ ਵੰਸ਼ ਦੇ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ ਗੁਰਤਾ ਗੱਦੀ ਇਹ ਪ੍ਰਣਾਲੀ ਜਿਹੜੀ ਹੈ ਚਲੀ ਆਈ ਹੈ। ਪੰਚਮ ਪਾਤਸ਼ਾਹ ਜਬ ਭਏ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਹੋਏ ਤਾਲ ਸੁਧਾਸਰ ਤਬ ਨਿਰਮਏ। ਤਦੋਂ ਪਿਆਰਿਓ ਉਹਨਾਂ ਨੇ ਸੁਧਾਸਰ ਜਿਹੜਾ ਅੰਮ੍ਰਿਤਸਰ ਸਰੋਵਰ, ਇਸ ਸਰੋਵਰ ਦੀ ਸੇਵਾ ਕਰਨੀ ਕੀਤੀ, ਸਰੋਵਰ ਨੂੰ ਪੱਕਾ ਕਰਨਾ ਕੀਤਾ ਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਤਾਮੀਰ ਕਰਨੀ ਕੀਤੀ ਹੈ। ਬੀੜ ਗ੍ਰੰਥ ਸਾਹਿਬ ਕੀ ਹੋਈ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਤਿਆਰ ਕੀਤੀ। ਜਿਸ ਪਠ ਕੈ ਗਤ ਲਹੇ ਸਭ ਕੋਈ। ਜਿਹਨੂੰ ਪੜ ਕਰਕੇ ਪਿਆਰਿਓ ਹਰ ਕਿਸੇ ਦੀ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ। ਗੰਗਾ ਨਾਮ ਭਾਰ ਜਾ ਵਿਆਹੀ। ਉਹਨਾਂ ਦੇ ਘਰ ਵਾਲੀ ਦਾ ਨਾਮ ਪਾਵ ਕੇ ਗੁਰੂ ਮਹਿਲ ਜੀ ਦਾ ਨਾਮ ਸੀ ਮਾਤ ਗੰਗਾ ਜੀ। ਸਾਧਵੀ ਕੇ ਗੁਣ ਸਭ ਜਿਸ ਮਾਹੀ। ਸਾਧਵੀ ਭਾਵ ਕੇ ਸਤੋ ਗੁਣਾ ਦੇ ਸਾਰੇ ਗੁਣ। ਇੱਕ ਸਤੀ ਇਸਤਰੀ ਕਿਸ ਤਰ੍ਹਾਂ ਰਹਿੰਦੀ ਆ, ਉਹ
ਸਾਰੇ ਗੁਣ ਉਹਨਾਂ ਦੇ ਵਿੱਚ ਮੌਜੂਦ ਸਨ। ਨੰਦਨ ਉਪਜਿਓ ਇੱਕ ਕੁਲ ਚੰਦ, ਉਹਨਾਂ ਦੇ ਘਰ ਦੇ ਵਿੱਚ ਇੱਕ ਚੰਦਰਮਾ ਸਰੂਪ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ। ਬੜ ਧਨੁਤਰ ਸ੍ਰੀ ਹਰਗੋਬਿੰਦ, ਬਹੁਤ ਵੱਡੇ ਧਨੁਰਧਾਰੀ ਜੋ ਹੋਏ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੀਰ ਧਰਮ ਤੁਜ ਸ੍ਰੀ ਗੁਰ ਅਰਜਨ, ਜੋ ਧੀਰਜਧਾਰੀ ਧਰਮ ਤੁਜਾ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਤਿਸ ਤੀਰਥ ਜਿਤ ਕਿਤ ਜਸ ਅਰਜੁਨ, ਤੇ ਉਹਨਾਂ ਦਾ ਜਸ ਪਿਆਰਿਓ ਸਾਰੇ ਸੰਸਾਰ ਦੇ ਵਿੱਚ ਉਜਲ ਜਸ ਜਿਹੜਾ ਫੈਲ ਰਿਹਾ ਹੈ। ਜਗ ਕਰਤੱਵ ਕਰੇ ਸ਼ੁਭ ਭਾਰੇ, ਜਿਨ੍ਹਾਂ ਨੇ ਜਗਤ ਦੇ ਵਿੱਚ ਬਹੁਤ ਸਾਰੇ ਕਰਤੱਵਿਆਂ ਨੂੰ ਨਿਭਾਉਣਾ ਕੀਤਾ। ਤੇ ਪਿਆਰਿਓ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ ਹੋ ਗਿਆ, ਸੰਤੋਖਸਰ ਸਾਹਿਬ ਹੋ ਗਿਆ, ਰਾਮਸਰ ਸਾਹਿਬ, ਇਹ ਪਾਵਨ ਅਸਥਾਨ ਤੇ ਨਗਰ ਜਿਹੜਾ ਕਰਤਾਰਪੁਰ ਸਾਹਿਬ ਵਸਾਉਣਾ ਕੀਤਾ। ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਕੀਤਾ ਹੈ ਤੇ ਖਾਲਸੇ ਦੇ ਝੋਲੀ ਦੇ ਵਿੱਚ ਜਿਹੜਾ ਕੇਂਦਰੀ ਅਸਥਾਨ ਪਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਜਿਨ੍ਹਾਂ ਨੇ ਤਿਆਰ ਕਰਨਾ ਕੀਤਾ। ਭਗਤ ਵਿਥਾਰ ਅਨੇਕ ਜਨਤਾਰੇ, ਜਿਨ੍ਹਾਂ ਨੇ ਭਗਤੀ ਦਾ ਵਿਸਥਾਰ ਕਰਕੇ ਬੇਅੰਤ ਜੀਆਂ ਦਾ ਉਧਾਰ ਕੀਤਾ ਹੈ। ਬਿਨਸਦ ਚਤੁਰ ਬਰਖ ਨਵ ਮਾਸ, ਤੇ ਜਿਨ੍ਹਾਂ ਨੇ ਪਿਆਰਿਓ ਚਤੁਰ ਬਰਖ ਨਵ ਮਾਸ ਭਾਵ ਕੇ 4 ਸਾਲ, ਇੱਕ ਦਿਨ ਉਪਰ ਸ਼੍ਰੀ ਸੁਖਰਾਸ, ਇੱਕ ਦਿਨ ਇਹਦੇ ਉੱਤੇ ਆਪਾਂ ਜੇ ਪਾਈਏ ਤੇ ਫਿਰ ਇਹਨਾਂ ਨੇ ਇੰਨਾ ਸਮਾਂ ਜਿਹੜਾ ਹੈ ਭਾਵ ਕੇ 24 ਸਾਲ ਇੱਕ ਦਿਨ ਗੁਰਿਆਈ ਨੂੰ ਭੋਗਣਾ। 24 ਸਾਲ 9 ਮਹੀਨੇ ਤੇ ਇੱਕ ਦਿਨ ਗੁਰਿਆਈ ਨੂੰ ਭੋਗਣਾ ਕੀਤਾ। ਗੁਰਤਾ ਲਹੇ ਸਰੀਰ ਕੋ ਧਾਰ, ਸਰੀਰ ਨੂੰ ਧਾਰਨ ਕਰਕੇ ਗੁਰਤਾ ਗੱਦੀ ਦੀ ਇਹਨਾਂ ਨੂੰ ਪ੍ਰਾਪਤੀ ਹੋਈ ਹੈ। ਪੁਨਹ ਚਹਿਓ ਸਚਖੰਡ ਪਦ, ਫਿਰ ਇਹਨਾਂ ਨੇ ਸੱਚਖੰਡ ਨੂੰ ਗਮਨ ਕਰਨਾ ਕੀਤਾ। ਦੋਹਰਾ ਖੋੜਸ 763 ਸੁਦੀ ਚੌਥ ਦਿਨ ਮਹਿ ਗੁਰੂ ਕੀਨ ਬਿਕੁੰਠ ਪਿਆ, ਤੇ ਚੌਥੀ ਵਾਲੀ ਸੁਦੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਬਿਕੁੰਠ ਸੱਚਖੰਡ ਗਮਨ ਕਰਨਾ ਕੀਤਾ। ਇੱਥੇ ਪਿਆਰਿਓ ਇਸ ਅਧਿਆਇ ਦੀ ਸਮਾਪਤੀ ਹੈ ਜੀ। ਇਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਰਾਸੇ ਸ੍ਰੀ ਗੁਰੂ ਪ੍ਰਣਾਲੀ ਪ੍ਰਸੰਗ ਵਰਣਨੰ ਨਾਮ ਸਪਤਮੋ ਅੰਸੂ। ਇੱਥੇ ਪਿਆਰਿਓ 7ਵਾਂ ਅਧਿਆਇ ਇਹਦੀ ਸਮਾਪਤੀ ਹੈ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਕਰੋ ਵਿਚਾਰ ਕਰਦੇ ਆ। ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਦਾਸ। ਹੈ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ, ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ।